ਅੱਜ ਦੇ जो दूसरा विषय है accept, respect and protect for others identity। ਕਿਸੇ ਦੂਸਰੇ ਦੀ ਪਹਿਚਾਨ ਨੂੰ ਸਵੀਕਾਰ ਕਰਨਾ, ਉਹਦਾ ਸਤਿਕਾਰ ਕਰਨਾ ਤੇ ਉਹਦੀ ਸੁਰੱਖਿਆ ਕਰਨੀ। ਅੱਜ ਕਿਸੇ ਦੂਸਰੇ ਦੀ ਪਹਿਚਾਨ ਨੂੰ ਅਸੀਂ ਪ੍ਰਵਾਨ ਹੀ ਨਹੀਂ ਕਰ ਰਹੇ। ਅੱਜ ਦਾ ਜੋ ਸਮਾਂ ਅਸੀਂ ਦੇਖ ਰਹੇ ਹਾਂ, ਅਸੀਂ ਚਾਹ ਰਹੇ ਹਾਂ ਵੀ ਜੋ ਕੁਝ ਮੈਂ ਵਾਂ ਸਾਰਾ ਕੁਝ ਉਹਦੇ ਮੁਤਾਬਕ ਹੋ ਜਾਵੇ। ਜਿਵੇਂ ਆਪਾਂ ਹੁਣੇ ਹਉਮੈ ਦੀ ਗੱਲ ਕੀਤੀ ਹੈ, ਹਉਮੈ ਦੀਆਂ ਨਿਸ਼ਾਨੀਆਂ ਨੇ ਕਿ ਜੋ ਕੁਝ ਮੈਂ ਕਹਿ ਰਿਹਾ ਉਹ ਠੀਕ ਹੈ, ਉਸੇ ਹਿਸਾਬ ਨਾਲ ਹੀ ਸਾਰੇ ਬਦਲ ਜਾਣ। ਪਰ ਜਦੋਂ ਆਪਾਂ ਗੁਰਮਤਿ ਦੀ ਗੱਲ ਕਰਦੇ ਹਾਂ, ਗੁਰਮਤਿ ਵਿਚਾਰਧਾਰਾ ਦੀ ਗੱਲ ਕਰਦੇ ਹਾਂ, ਦਸਮ ਪਾਤਸ਼ਾਹ ਦੇ ਸਮੇਂ ਦੀ ਇੱਕ ਗਾਥਾ, ਪਾਤਸ਼ਾਹ ਦੇ ਕੋਲ ਕੁਝ ਮੌਲਵੀ ਜੋ ਇਸਲਾਮ ਨੂੰ ਮੰਨਣ ਵਾਲੇ, ਵਿਚਾਰ ਚਰਚਾ ਚੱਲ ਰਹੀ ਸੀ। ਇਹ ਵਿਚਾਰ ਚਰਚਾ ਇੱਕ ਬੜੀ ਵਧੀਆ ਗੱਲ ਹੁੰਦੀ ਹੈ। ਹੁਣੇ ਵੀਰ ਜੀ ਨੇ ਵੀ ਜ਼ਿਕਰ ਕੀਤਾ, ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਕੁਛ ਸੁਣਨਾ ਤੇ ਕੁਝ ਕਹਿਣਾ, ਵਿਚਾਰ ਵਟਾਂਦਰਾ, ਇਹ ਬੜੀ ਵਧੀਆ ਗੱਲ ਹੈ। ਇਹਦੇ ਤੋਂ ਬਿਨਾਂ ਗੱਲ ਨਹੀਂ ਬਣਦੀ ਕਿ ਮੈਂ ਹੀ ਕਹੀ ਜਾਵਾਂ ਦੂਜੇ ਦੀ ਸੁਣਾ ਨਾ। ਅੱਜ ਕੁਝ ਐਸਾ ਹੀ ਹੋ ਰਿਹਾ ਹੈ, ਮੈਂ ਆਪਣੀ ਗੱਲ ਕਰੀ ਜਾਵਾਂ ਪਰ ਦੂਸਰੇ ਦੀ ਨਾ ਸੁਣਾ। ਉਹਨਾਂ ਦੇ ਨਾਲ ਵਿਚਾਰ ਚਰਚਾ ਪਾਤਸ਼ਾਹ ਦੀ ਚੱਲ ਰਹੀ ਸੀ ਤੇ ਉਹਨਾਂ ਨੇ ਇਹ ਗੱਲ ਪੁੱਛੀ ਕਿ ਤੁਹਾਡਾ ਧਰਮ ਵਧੀਆ ਜਾਂ ਸਾਡਾ ਧਰਮ। ਇਹ ਸਵਾਲ ਵੈਸੇ ਧਰਮ ਦੀ ਦੁਨੀਆ 'ਚ ਸ਼ੁਰੂ ਤੋਂ ਚੱਲਦਾ ਆ ਰਿਹਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਮਣੇ ਵੀ ਇਹ ਸਵਾਲ ਆਇਆ ਸੀ ਬਗਦਾਦ ਦੇ ਵਿੱਚ, ਜਦੋਂ ਪਾਤਸ਼ਾਹ ਨੂੰ ਕੁਝ ਮਿਲੇ ਨੇ ਵੀ ਉੱਥੇ ਦੇ ਲੋਕ, ਤੇ ਉਹ ਕਹਿੰਦੇ ਨੇ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜੋਂ ਦੋਨੋਂ ਰੋਈ। ਜਿਹਦੇ ਅਮਲ ਚੰਗੇ ਨਹੀਂ ਨੇ, ਜਿਹਦੇ ਕਰਮ ਚੰਗੇ ਨਹੀਂ ਨੇ, ਉਹ ਚਾਹੇ ਕਿਸੇ ਵੀ ਧਰਮ ਨਾਲ ਹੈ, ਉਹ ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਅੱਜ ਦਾ ਸਿੱਖ ਅਖਵਾਉਣ ਵਾਲਾ ਹੈ, ਕੋਈ ਵੀ ਹੋਵੇ। ਇਹ ਪਾਤਸ਼ਾਹ ਦਾ ਫਰਮਾਨ ਸਾਰਿਆਂ ਵਾਸਤੇ ਹੈ, ਵਿਸ਼ੇਸ਼ ਤੌਰ ਤੇ ਕਿਸੇ ਇੱਕ ਦੋ ਫਿਰਕਿਆਂ ਦੇ ਲਈ ਨਹੀਂ ਹੈ, ਸਾਰਿਆਂ ਦੇ ਲਈ ਹੈ। ਤੇ ਜਦੋਂ ਦਸਮ ਪਾਤਸ਼ਾਹ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਧਰਮ ਵਧੀਆ ਜਾਂ ਸਾਡਾ, ਤੇ ਪਾਤਸ਼ਾਹ ਕਹਿੰਦੇ ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। ਤੁਹਾਡਾ ਧਰਮ ਤੁਹਾਡੇ ਵਾਸਤੇ ਚੰਗਾ ਹੈ, ਉਸ ਨੂੰ ਮੰਨੋ, ਉਹਦਾ ਸਤਿਕਾਰ ਕਰੋ, ਬੜੀ ਚੰਗੀ ਗੱਲ ਹੈ। ਗੁਰਬਾਣੀ ਵੀ ਸਾਨੂੰ ਇਹੀ ਸਿੱਖਿਆ ਦਿੰਦੀ ਹੈ ਕਿ ਜਿਸ ਧਰਮ ਨੂੰ ਤੁਸੀਂ ਮੰਨ ਰਹੇ ਹੋ ਉਸ ਧਰਮ ਦਾ ਸਤਿਕਾਰ ਕਰੋ, ਉਸ ਧਰਮ ਦੇ ਰੀਤੀ ਰਿਵਾਜ਼ਾਂ ਦੀ ਪਾਲਣਾ ਕਰੋ। ਇਹ ਗੱਲ ਜ਼ਰੂਰੀ ਹੈ। ਤਾਂ ਅੱਜ ਦਾ ਸਾਡਾ ਦੂਸਰਾ ਵਿਸ਼ਾ ਅਸੈਪਟ, ਰਿਸਪੈਕਟ ਐਂਡ ਪ੍ਰੋਟੈਕਟ। ਕਿਸੇ ਦੂਸਰੇ ਦੀ ਆਇਡੈਂਟੀਟੀ ਨੂੰ ਪਹਿਚਾਨਣਾ, ਸਵੀਕਾਰ ਕਰਨਾ, ਫਿਰ ਉਸ ਦਾ ਸਤਿਕਾਰ ਕਰਨਾ ਤੇ ਲੋੜ ਪੈਣ 'ਤੇ ਉਹਦੀ ਰੱਖਿਆ ਵੀ ਕਰਨੀ। ਇਸ ਵਿਸ਼ੇ 'ਤੇ ਵੀਰ ਅਰਵਿੰਦਰ ਸਿੰਘ ਜੀ ਨੇ ਸਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ। ਮੈਂ ਇੱਕ ਬੇਨਤੀ ਹੋਰ ਸਾਰਿਆਂ ਦੇ ਨਾਲ ਸਾਂਝੀ ਕਰਨੀ ਕਿ ਤੁਸੀਂ ਇਸ ਕੋਰਸ ਨੂੰ ਅਟੈਂਡ ਕਰ ਰਹੇ ਹੋ, ਮੁਬਾਰਕ ਹੈ, ਤੁਹਾਡਾ ਸਾਰਿਆਂ ਦਾ ਇੱਥੇ ਸਵਾਗਤ ਹੈ। ਜਿਨ੍ਹਾਂ ਨੇ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ, ਬਾਹਰ ਰਜਿਸਟ੍ਰੇਸ਼ਨ ਚੱਲ ਰਹੀ ਆ, ਤੁਸੀਂ ਕਰਵਾ ਸਕਦੇ ਹੋ। ਜਿਹੜੇ ਔਨਲਾਈਨ ਵੀ ਅਟੈਂਡ ਕਰ ਰਹੇ ਨੇ ਜ਼ੂਮ ਦੇ ਉੱਪਰ, ਔਰ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਉਹ ਵੀ ਕਰਵਾ ਲਓ। ਵੈਸੇ ਕਲਾਸ ਅਟੈਂਡ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ, ਪਰ ਰਜਿਸਟ੍ਰੇਸ਼ਨ ਇਸ ਲਈ ਅਸੀਂ ਜ਼ਰੂਰੀ ਕਰ ਰਹੇ ਹਾਂ ਕਿ ਕੋਰਸ ਤੋਂ ਬਾਅਦ ਜਿਹੜਾ ਐਗਜ਼ਾਮ ਲਿਆ ਜਾਣਾ ਹੈ ਉਹ ਸਿਰਫ ਉਹਨਾਂ ਕੋਲੋਂ ਲਿਆ ਜਾਏਗਾ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋਏਗੀ। ਉਹਨਾਂ ਨੂੰ ਰੋਲ ਨੰਬਰ ਅਲਾਟ ਕੀਤਾ ਜਾਏਗਾ। ਆਫਟਰ ਕੋਰਸ ਇੱਕ ਐਗਜ਼ਾਮ ਲਿਆ ਜਾਏਗਾ। ਪਹਿਲੇ ਵੀ ਇਸ ਤਰ੍ਹਾਂ ਹੀ ਹੁੰਦਾ ਸਾਰਾ, ਜਿਹੜੇ ਪੁਰਾਣੇ ਸਟੂਡੈਂਟਸ ਨੇ ਉਹ ਜਾਣਦੇ ਨੇ। ਐਗਜ਼ਾਮ ਲਿਆ ਜਾਏਗਾ, ਫਿਰ ਅਗਲੇ ਕੋਰਸ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸਮਾਗਮ ਦੇ ਵਿੱਚ ਜਿਹੜੇ ਵਿਨਰਸ ਹੋਣਗੇ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ। ਫਸਟ ਪ੍ਰਾਈਜ਼ 11,000 ਰੁਪਇਆ, ਸੈਕਿੰਡ ਪ੍ਰਾਈਜ਼ 5100 ਰੁਪਇਆ, ਥਰਡ ਪ੍ਰਾਈਜ਼ 3100 ਰੁਪਇਆ, ਅਤੇ ਇਸੇ ਤਰ੍ਹਾਂ 10 ਕੰਸੋਲੇਸ਼ਨ ਪ੍ਰਾਈਜ਼ 1100 ਰੁਪਏ ਦੇ। ਇਹ ਸਾਰੇ ਪ੍ਰਾਈਜ਼ਸ ਦਿੱਤੇ ਜਾਣੇ ਨੇ। ਅਤੇ ਤੁਸੀਂ ਅਗਰ ਉਸ ਐਗਜ਼ਾਮ ਵਿੱਚ ਪਾਰਟੀਸਪੇਸ਼ਨ ਕਰਨਾ ਹੈ ਤਾਂ ਤੁਸੀਂ ਸਾਰੇ ਜਣੇ ਜਿਨ੍ਹਾਂ ਨੇ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ, ਪਲੀਜ਼ ਉਹ ਰਜਿਸਟ੍ਰੇਸ਼ਨ ਜ਼ਰੂਰ ਕਰਵਾ ਲਓ। ਤੁਹਾਡੇ ਕੋਲ ਇਹਦਾ ਸਾਰਾ ਜੋ ਬਰਾਊਸ਼ਰ ਹੈ, ਇਹਦੇ 'ਤੇ ਨੰਬਰ ਵਗੈਰਾ ਲਿਖੇ ਨੇ, ਇਹਨੂੰ ਤੁਸੀਂ ਔਨਲਾਈਨ ਵੀ ਕਰਵਾ ਸਕਦੇ ਹੋ। ਇੱਥੇ ਵੀ ਜਦੋਂ ਕਲਾਸ ਹੁੰਦੀ ਆ, ਬਾਹਰ ਵੀਰ ਬੈਠੇ ਨੇ, ਤੁਸੀਂ ਉਹਨਾਂ ਕੋਲੋਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਸੋ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਵੀਰ ਅਰਵਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਅੱਜ ਦੇ ਇਸ ਵਿਸ਼ੇ 'ਤੇ ਆਪਣੇ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਕਰਨਗੇ। ਵੀਰ ਅਰਵਿੰਦਰ ਸਿੰਘ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ
गुर प्रसाद। क्या हम कथा किछ कथ नहीं जाना, प्रभ पावै तिवें बुलान। साध संगत की तूर इक मांगो, जन नानक पियो शरान। गुरु रूप साध संगत जी, वाहिगुरु जी का खालसा, वाहिगुरु जी की फतेह। ਜਿਹੜਾ ਇਹ ਦੂਸਰਾ ਵਿਸ਼ਾ ਹੈ ਸਵੀਕਾਰਤਾ, ਸਤਿਕਾਰਤਾ ਅਤੇ ਸੁਰੱਖਿਅਤਾ, ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਆ ਐਕਸੈਪਟੈਂਸ ਆਉਣੀ। ਦੂਜਾ ਹੈ, ਬਸ ਮੇਰੀ ਗੱਡੀ ਚਲਦੀ ਹੌਲੀ ਹੌਲੀ ਤੇਜ਼ ਹੋ ਜਾਂਦੀ ਹੈ, ਐਕਸੈਪਟੈਂਸ ਆਉਣੀ। ਜੋ ਐਕਸੈਪਟ ਕੀਤਾ ਹੈ ਉਹਦੀ ਰਿਸਪੈਕਟ ਕਰਨੀ, ਅਤੇ ਜਿਹਨੂੰ ਐਕਸੈਪਟ ਕੀਤਾ ਔਰ ਰਿਸਪੈਕਟ ਕੀਤੀ ਹੈ ਉਹਨੂੰ ਪ੍ਰੋਟੈਕਟ ਵੀ ਕਰਨਾ ਹੈ। ਹੁਣ ਇਹ ਤਿੰਨਾਂ ਲਫ਼ਜ਼ਾਂ ਦੇ ਵਿੱਚ ਨਾ ਇੱਕ ਕਾਮਨ ਸੂਤਰ ਹੈ। ਲੈਟਸ ਅਜ਼ਿਊਮ ਇਹ ਤਿੰਨ ਮਣਕੇ ਨੇ ਇੱਕ ਮਾਲਾ ਦੇ। ਹੁਣ ਉਹ ਮਣਕੇ ਪਿਰੋਏ ਨੇ ਇੱਕ ਧਾਗੇ ਵਿੱਚ। ਉਹ ਧਾਗਾ ਜਿਹੜਾ ਇਹ ਮਣਕਿਆਂ ਦੇ ਵਿੱਚ ਹੈ ਜਾਂ ਜਿੰਨਿਆਂ ਨੂੰ ਇਕੱਠਾ ਕੀਤਾ ਹੈ ਉਹ ਹੈ ਪ੍ਰੇਮ ਭਾਵ। ਜੇ ਪ੍ਰੇਮ ਨਹੀਂ ਹੈ ਤੇ ਫਿਰ ਕੱਖ ਵੀ ਨਹੀਂ ਹੈ। ਫਿਰ ਨਾ ਤੇ ਉਹਨੂੰ ਐਕਸੈਪਟ ਕੀਤਾ ਜਾ ਸਕਦਾ ਹੈ, ਨਾ ਹੀ ਉਹਦੀ ਰਿਸਪੈਕਟ ਹੋਏਗੀ। ਅਤੇ ਉਹਨੂੰ ਪ੍ਰੇਮ ਨਹੀਂ ਕਰਦੇ ਉਹਨੂੰ ਪ੍ਰੋਟੈਕਟ ਵੀ ਕੀ ਕਰਨਾ। ਹੁਣ ਪ੍ਰੇਮ ਦੇਖੋ ਪੰਜਾਬੀ 'ਚ ਕਿਵੇਂ ਲਿਖਦੇ ਹਾਂ? ਪੱਪਾ ਪੈਰ 'ਚ ਰਰਾ, ਪੱਪੇ ਨੂੰ ਲਾਮ ਅਤੇ ਮੰਮਾ। ਉਚਾਰਨ ਕੀ ਉਹਦਾ? ਪ੍ਰੇਮ। ਜਿਹੜੀ ਲਾਮ ਲੱਗੀ ਹੈ ਉਹ ਪੱਪੇ ਨੂੰ ਲੱਗੀ ਹੈ, ਬੋਲੀ ਕਿਤੇ ਤਾਂ ਜਾ ਰਹੀ ਹੈ। ਦੇਖੋ ਲੈਂਗੁਏਜ ਕੀ ਸਮਝਾ ਰਹੀ ਹੈ। ਲੱਗੀ ਪੱਪੇ ਨੂੰ ਹੈ, ਵਜਨ ਕੌਣ ਲੈ ਗਿਆ ਲਾਮ ਦਾ? ਜੋ ਪੈਰ 'ਚ ਪਿਆ, ਜੋ ਨੀਵਾਂ ਹੈ। ਪਾਣੀ ਕਹਿੰਦੀ ਹੈ ਨਿਵੇਂ ਸੋ ਗੋਰਾ ਕੀ ਹੁੰਦਾ? ਨਾਟ ਵਾਈਟ, ਗੋਰਾ ਭਾਰਾ। ਤਰਾਜੂ ਦੇ ਪੈਨ ਨੇ ਨਾ ਦੋ। ਇੱਕ ਪਾਸੇ ਤੁਸੀਂ ਜਾਂਦੇ ਹੋ ਸਬਜ਼ੀ ਲੈਂਦੇ ਹੋ ਜਾਂ ਅੰਬ ਲੈ ਰਹੇ ਹੋ, ਅੱਜ ਕੱਲ੍ਹ ਸੀਜ਼ਨ ਹੈ, 2 ਕਿਲੋ ਦਾ ਵੱਟਾ ਰੱਖਿਆ, ਇੱਧਰ ਉਹ ਅੰਬ ਰੱਖ ਰਿਹਾ। ਜੇ ਵੱਟੇ ਵਾਲਾ ਪੈਨ ਨੀਚਾ ਲੈ ਲੋਗੇ ਕਿ ਡੰਡੀ ਮਾਰ ਰਿਹਾ ਤੂੰ, ਬੇਈਮਾਨੀ ਕਰ ਰਿਹਾ। ਸੋ ਜੋ ਖਰੀਦਣਾ ਹੈ ਉਹ ਨੀਚੇ ਚਾਹੀਦਾ ਪੈਨ, ਅਤੇ ਝੁਕਿਆ ਹੋਇਆ ਇਹਨੂੰ ਗੋਰਾ ਇਜ਼ ਹੈਵੀ ਹੋਏਗਾ ਤਾਂ ਚੁੱਕੇਗਾ। ਹੁਣ ਜਿਹੜਾ ਪੈਰ 'ਚ ਪੈ ਗਿਆ ਉਹ ਵਜਨ ਲੈ ਗਿਆ। ਹੁਣ ਪ੍ਰੇਮ ਲਫ਼ਜ਼ ਦੀ, ਜਿਵੇਂ ਅਸੀਂ ਹੋਮੇ ਦਾ ਸੰਧੀ ਵਿਛੇਦ ਕੀਤਾ ਸੀਗਾ, ਪ੍ਰੇਮ ਲਫ਼ਜ਼ ਦਾ ਸੰਧੀ ਵਿਛੇਦ ਕਰੋ। ਪਰੇ ਜਮਾ ਮੈਂ, ਜਿਹਨੇ ਮੈਂ ਰੱਖੀ ਹੈ ਉਹ ਪ੍ਰੇਮ ਨਹੀਂ ਕਰ ਸਕਦਾ, ਅਤੇ ਜਿਹਨੇ ਮੈਂ ਨੂੰ ਪਰੇ ਕਰ ਲਿਆ ਨਾ ਉਹਦੇ ਵਿੱਚ ਪ੍ਰੇਮ ਆਉਣਾ ਲਾਜ਼ਮੀ ਹੈ। ਉਹ ਐਕਸੈਪਟ ਕਰੇਗਾ, ਉਹ ਰਿਸਪੈਕਟ ਕਰੇਗਾ ਅਤੇ ਪ੍ਰੋਟੈਕਟ ਕਰੇਗਾ। ਜਿਵੇਂ ਇੱਕ ਛੋਟੀ ਜਿੰਨੀ ਸਟੋਰੀ ਸੁਣਾਉਣਾ ਤੁਹਾਨੂੰ ਮੈਂ। ਇੱਕ ਰਾਜਾ ਸੀਗਾ। ਰਾਜਾ ਦਾ ਇੱਕ ਬਹੁਤ ਪ੍ਰੇਮੀ ਮਿੱਤਰ ਸੀਗਾ, ਉਹਦਾ ਹਮਸਾਇਆ ਸੀ। ਹਮਸਾਇਆ ਕੀ ਹੁੰਦਾ? ਵਾਟ ਇਜ਼ ਸਾਇਆ? ਪਰਛਾਵਾਂ। ਹਮਸਾਇਆ ਮੀਨਸ ਮੇਰਾ ਪਰਛਾਵਾਂ। ਇਹਦਾ ਮਤਲਬ ਜਿੱਥੇ ਮੈਂ ਜਾ ਰਿਹਾ ਉੱਥੇ ਮੇਰਾ ਸ਼ੈਡੋ ਨਾਲ ਜਾ ਰਿਹਾ। ਉਹ ਇੰਨਾ ਕੋਲ ਸੀ ਜਿੱਥੇ ਰਾਜਾ ਜਾਂਦਾ ਸੀ ਨਾਲ ਜਾਂਦਾ ਸੀ। ਗੋਟ ਇਟ? ਹਮਸਾਇਆ ਇੱਕ ਉਰਦੂ ਦਾ ਵਰਡ ਹੈ, ਇਹਦਾ ਮਤਲਬ ਇਹ ਹੈ। ਹਮਸਾਇਆ ਸੀ ਰਾਜਾ ਦਾ। ਰਾਜਾ ਕਹਿੰਦਾ ਯਾਰ ਬੜੇ ਦਿਨ ਹੋ ਗਏ ਸ਼ਿਕਾਰ ਨਹੀਂ ਖੇਡਿਆ, ਚਲੋ ਚੱਲੀਏ। ਕਹਿੰਦਾ ਚੱਲਦੇ ਹਾਂ। ਉਹਦੀ ਇੱਕ ਆਦਤ ਸੀਗੀ, ਉਹ ਕਹਿੰਦਾ ਸੀ ਇਸ ਤੋਂ ਵਧੀਆ ਨਹੀਂ ਹੋ ਸਕਦਾ। ਕਿੰਨੀ ਐਕਸੈਪਟੈਂਸ ਸੀਗੀ। ਐਕਸੈਪਟੈਂਸ ਦਾ ਸਿਰਾ ਦੇਖੋ। ਰਾਜਾ ਇਸ ਤੋਂ ਵਧੀਆ ਨਹੀਂ ਹੋ ਸਕਦਾ। ਇੰਨੀ ਦੇਰ ਨੂੰ ਜਾਣ ਲੱਗੇ, ਸ਼ਿਕਾਰ ਦੀ ਤਿਆਰੀਆਂ ਕਰ ਰਹੇ। ਵਜ਼ੀਰ ਕਹਿੰਦਾ ਜੀ 1-2 ਫੈਸਲੇ ਨੇ ਕਰ ਜਾਓ ਦਰਬਾਰੀ। ਕਹਿੰਦਾ ਪੇਸ਼ ਕਰੋ। ਕਹਿੰਦਾ ਇਸ ਨੇ ਨਾ ਚੋਰੀ ਕੀਤੀ ਹੈ, ਸਜ਼ਾ ਸੁਣਾਓ। ਕਹਿੰਦਾ ਲਾਓ ਕੱਪੜੇ, ਮਾਰੋ 5 ਕੋੜੇ। ਉਹ ਹਮਸਾਇਆ ਕਹਿੰਦਾ ਰਾਜਾ ਬੜਾ ਵਧੀਆ ਹੋਇਆ। ਕਹਿੰਦਾ ਬੇਵਕੂਫ, ਹੁਣੇ ਉਹਦੀ ਖੱਲ ਉਤਰ ਜਾਣੀ ਕੋੜਿਆਂ ਨਾਲ। ਤੂੰ ਕਹਿੰਦਾ ਵਧੀਆ ਹੋਇਆ। ਕਹਿੰਦਾ ਤੂੰ ਰਾਜਾ ਤੇਰਾ ਕੀ, ਤੂੰ ਕਹਿੰਦਾ 10 ਕੋੜੇ ਮਾਰੋ। ਸ਼ੁਕਰ ਹੈ 5 'ਚ ਤਲ ਗਿਆ, ਵਧੀਆ ਹੋਇਆ। ਤੂੰ ਤਾਂ ਰਾਜਾ, ਤੂੰ ਕਹਿੰਦਾ 10 ਮਾਰੋ। ਫਿਰ ਉਹਦੀ ਹੱਡੀਆਂ ਨਿਕਲ ਜਾਂਦੀਆਂ ਬਾਹਰ,
ਮਾਸ ਤੇ ਉੱਧਰ ਤੋਂ ਉੱਧਰ ਹੱਡੀਆਂ ਵੀ ਨਿਕਲ ਜਾਣੀਆਂ ਸੀ। ਕਹਿੰਦਾ ਅੱਛਾ। ਐਨੀ ਦੇਰ ਨੂੰ ਦੂਜਾ ਮੁਜਰਮ ਪੇਸ਼ ਕਰਦੇ ਨੇ। ਕਹਿੰਦੇ ਇਹਨਾਂ ਨੇ ਆਪਣੀ ਬੁੱਢੀ ਮਾਂ ਨਾਲ ਵਧੀਕੀ ਕੀਤੀ ਹੈ, ਮਾਰਿਆ ਕੁੱਟਿਆ, ਉਹਦੀ ਹੱਡੀ ਤੋੜਤੀ ਹੈ। ਕਹਿੰਦਾ ਪਾ ਦਿਓ ਕਾਰਾਗਾਰੀ 'ਚ, ਉਮਰ ਕੈਦ। ਕਹਿੰਦਾ ਬੜਾ ਵਧੀਆ ਹੋਇਆ। ਕਹਿੰਦਾ ਲੈ ਜਨਾਨੀ ਉਹਦੀ ਮਾਂ ਕੋਲੋਂ ਬੱਚਾ ਖੋਏਗਾ, ਸਾਰੀ ਉਮਰ ਜੇਲ੍ਹ ਸੜੇਗਾ, ਉਮਰ ਕੈਦ ਦਾ ਮਤਲਬ ਉਹਦੀ ਲਾਸ਼ ਹੀ ਬਾਹਰ ਆਣੀ ਹੈ। ਤੂੰ ਕਹਿੰਦਾ ਵਧੀਆ ਹੋਇਆ। ਕਹਿੰਦਾ ਤੂੰ ਰਾਜਾ, ਤੂੰ ਤੇ ਘੜ ਸੋਣੇ ਫਾਹੇ ਲਾ ਦਿਓ। ਉਹਦੀ ਮਾਂ ਨੂੰ ਇਹ ਤਸੱਲੀ ਤੇ ਮੇਰਾ ਪੁੱਤਰ ਜੇਲ੍ਹ 'ਚ ਜਿੰਦਾ ਤੇ ਹੈ, ਬਾਤ ਹੈ ਮਾਂ ਹੀ ਹੈ, ਕੀ ਪਤਾ ਉਹਨੂੰ ਪਤਾ ਲੱਗਦਾ ਵੀ ਹੁਣੇ ਤੂੰ ਕਹਿੰਦਾ ਸੂਲੀਆਂ ਲਟਕਾ ਦਿਓ ਤੇ ਉਹ ਗਸ਼ ਖਾ ਕੇ ਮਾਂ ਹੀ ਮਰ ਜਾਂਦੀ। ਇਹ ਵਧੀਆ ਹੀ ਹੋਇਆ ਰਾਜਾ। ਕਹਿੰਦਾ ਯਾਰ ਤੂੰ ਤੇ ਤੰਗ ਆ ਗਿਆ ਤੇਰੇ ਵਧੀਆ ਤੋਂ, ਚੱਲ ਸ਼ਿਕਾਰ ਕਰਨ ਚੱਲੀਏ। ਚਲੋ ਜੀ ਚਲੇ ਗਏ ਸ਼ਿਕਾਰ ਕਰਨ। ਸ਼ਿਕਾਰ ਕਰਨ ਗਏ, ਉਹ ਲਗਾ ਰਹੇ ਸੀਗੇ ਟੈਂਟ ਟੁੰਟ। ਰਾਜਾ ਕਹਿੰਦਾ ਚੱਲ ਸੈਰ ਕਰਕੇ ਆਈਏ। ਜੰਗਲ ਵਿੱਚ ਗਏ, ਸੈਰ ਕਰਦੇ ਕਰਦੇ ਥੋੜ੍ਹਾ ਅੱਗੇ ਚਲੇ ਗਏ। ਜਿਹੜਾ ਕੈਂਪ ਲਗਾ ਰਹੇ ਸੀ ਉਸ ਤੋਂ ਕਾਫੀ ਅੱਗੇ ਨਿਕਲ ਗਏ। ਉਹ ਅੱਗੇ ਨਿਕਲਦੇ ਨਿਕਲਦੇ ਦੇਖਿਆ ਰਾਜਾ ਦੀ ਨਿਗਾਹ ਪਈ, ਕਹਿੰਦਾ ਯਾਰ ਉੱਥੇ ਅੱਗ ਜੀ ਜਲ ਰਹੀ, ਕੁਛ ਆ ਦੇਖ ਕੇ ਆਈਏ। ਅੱਗੇ ਚਲੇ ਗਏ, ਹਨੇਰਾ ਪੈ ਗਿਆ। ਕਹਿੰਦਾ ਚੱਲ ਵਾਪਸ ਚਲੀਏ, ਫੇਰ ਆਵਾਂਗੇ। ਉਹ ਹਨੇਰੇ 'ਚ ਵਾਪਸ ਜਦੋਂ ਪਰਤ ਰਹੇ ਸੀ ਨਾ, ਝਾੜੀਆਂ 'ਚੋਂ ਇੱਕ ਜਾਨਵਰ ਆਇਆ। ਉਹ ਜਾਨਵਰ ਨਾ ਚਿਮੜ ਗਿਆ ਰਾਜੇ ਨੂੰ। ਰਾਜੇ ਨੇ ਚੀਕ ਮਾਰੀ। ਉਹ ਹਮਸਾਇਆ ਵੀ ਭੱਜ ਗਿਆ ਉਹਨੂੰ ਛੁਡਾਉਣ। ਉਹ ਤਿੰਨੋਂ ਗੁੱਥਮ ਗੁੱਥਾ ਹੋ ਰਹੇ ਨੇ, ਸਮਝ ਨਹੀਂ ਆਇਆ ਰਿਛ ਹੈ, ਜੈਕਲ ਹੈ, ਭੇੜੀਆ ਹੈ, ਚੀਤਾ ਹੈ, ਕੋਈ ਲੈਪਰਡ ਹੈ, ਬਾਂਦਰ ਹੈ, ਕੋਈ ਸਮਝ ਹੀ ਨਹੀਂ ਆਇਆ ਕੀ ਹੈ। ਉਹ ਹਮਸਾਇਆ ਦਾ ਅੰਗੂਠਾ ਉਹ ਜਾਨਵਰ ਦੀ ਅੱਖ 'ਤੇ ਪੈ ਗਿਆ, ਉਹਨੇ ਦਬਾਤਾ ਜ਼ੋਰ ਦੀ। ਉਹ ਜਾਨਵਰ ਚੀਕਾਂ ਮਾਰਦਾ ਮਾਰਦਾ ਝਾੜੀ ਚਲੇ ਗਿਆ। ਰਾਜਾ ਬਚ ਗਿਆ। ਰਾਜਾ ਨੂੰ ਚਿਮੜਿਆ ਸੀਗਾ। ਕਹਿੰਦੇ ਰਾਜਾ ਕਹਿੰਦਾ ਤੂੰ ਠੀਕ ਹੈ, ਤੂੰ ਮੈਨੂੰ ਬਚਾਇਆ ਹੈ, ਠੀਕ ਹੈ। ਕਹਿੰਦਾ ਕੱਪੜੇ ਕੁਪੜੇ ਝਾੜੇ। ਕਹਿੰਦਾ ਹਾਂ ਰਾਜਾ ਆਈ ਪਰਫੈਕਟਲੀ ਆਲ ਰਾਈਟ, ਠੀਕ ਹੈ। ਰਾਜਾ ਕਹਿੰਦਾ ਰਾਜਾ ਤੂੰ ਠੀਕ ਹੈ? ਰਾਜਾ ਕਹਿੰਦਾ ਹਾਂ ਮੈਂ ਵੀ ਠੀਕ ਹਾਂ। ਰਾਜਾ ਇੰਝ ਕਰਦਾ ਨਾ, ਦੇਖਦਾ ਸਮਥਿੰਗ ਸਟਿਕੀ ਇਜ਼ ਕਮਿੰਗ ਆਫ ਮਾਈ ਹੈਂਡ। ਫਿਰ ਦੇਖਦਾ ਉਹ ਉੱਪਰ ਨੀਚੇ ਗੁੱਥਮ ਗੁੱਥਾ ਹੁੰਦੇ ਹੁੰਦੇ ਉਹ ਜਾਨਵਰ ਰਾਜਾ ਦੀ ਉਂਗਲ ਚਬਾ ਗਿਆ, ਇੱਕ ਲਿਟਲ ਫਿੰਗਰ ਕਟ ਆਫ। ਕਹਿੰਦਾ ਰਾਜਾ ਬੜਾ ਵਧੀਆ ਹੋਇਆ। ਹੁਣ ਰਾਜਾ ਨੂੰ ਗੁੱਸਾ ਆ ਗਿਆ। ਕਹਿੰਦਾ ਤੇਰੇ ਖਰੋਚ ਨਹੀਂ ਆਈ, ਮੇਰੀ ਉਂਗਲ ਕੱਟ ਗਈ। ਕਹਿੰਦੇ ਚੱਲ ਤੰਬੂ ਜਾ ਕੇ ਵਜ਼ੀਰ ਨੂੰ ਬੁਲਾਉਂਦਾ, ਇਹਨੂੰ ਕਾਰਾਗਾਰੀ ਸੁੱਟ ਦਿਓ, ਜੇਲ੍ਹ ਕਰੋ ਇਹਨੂੰ, ਇਹਦਾ ਮੈਂ ਆ ਕੇ ਨਿਆਂ ਕਰਦਾ। ਅਤੇ ਵੈਦ ਨੂੰ ਲਿਆਓ, ਮੇਰਾ ਇਲਾਜ ਕਰੇ। ਹੁਣ ਮੇਰਾ ਮਨ 'ਚ ਆ ਗਿਆ ਮੈਂ ਸ਼ਿਕਾਰ ਕਰਕੇ ਜਾਣਾ ਅਤੇ ਸ਼ਿਕਾਰ ਕਰਕੇ ਹੀ ਜਾਵਾਂਗਾ। ਫਿਰ ਚਲੋ ਠੀਕ ਹੈ। ਹਫ਼ਤਾ ਕੁ ਲੱਗ ਗਿਆ, ਰਾਜਾ ਠੀਕ ਹੋ ਗਿਆ। ਹਫ਼ਤੇ ਤੋਂ ਜੇਲ੍ਹ 'ਚ ਪਿਆ। ਫਿਰ ਸ਼ਿਕਾਰ ਕਰਨ ਗਏ। ਉਹ ਰਾਜਾ ਆਪਣੀ ਮੌਜ 'ਚ, ਆਧੇ ਇੱਧਰ ਜਾਓ, ਆਧੇ ਇੱਧਰ ਆਓ, ਬਾਕੀ ਮੇਰੇ ਪਿੱਛੇ ਆਓ। ਰਾਜਾ ਸੀਗਾ, ਹੁਣ ਪਿੱਛੇ ਕੌਣ ਆਉਣਾ ਸੀਗਾ? ਉਹ ਸ਼ੋਲੇ ਪਿਕਚਰ ਵਾਲਾ ਸੀਨ ਹੋ ਗਿਆ, ਅਮੀਨ ਸਰਾਨੀ ਵਾਲਾ। ਉਹ ਅੱਗੇ ਜਾਂਦਾ, ਕਹਿੰਦਾ ਉੱਥੇ ਅੱਗ ਚੱਲ ਰਹੀ ਸੀ, ਉਹਦੇ ਵੱਲ ਚਲੇ ਗਿਆ, ਅਟਰੈਕਟ ਹੋ ਗਿਆ। ਉਹ ਦੇਖਦਾ ਜੰਗਲ ਦੇ ਕਬੀਲੇ ਦੇ ਬੰਦੇ ਨਾ ਅੱਗ ਜਲਾ ਕੇ ਹੂ ਹਾ ਨੱਚ ਰਹੇ ਨੇ। ਰਾਜਾ ਝਾੜੀਆਂ 'ਚੋਂ ਦੇਖਦੇ ਦੇਖਦੇ ਮੁੜਨ ਲੱਗਦਾ ਨਾ, ਉਹ ਅੱਗ ਦਾ ਲਿਸ਼ਕਾਰਾ ਰਾਜੇ ਦੇ ਮੁਕਟ ਦੇ ਜੂਸ ਦੇ 'ਚ ਪੈਂਦਾ। ਉਹਨਾਂ ਨੂੰ ਪਤਾ ਲੱਗ ਜਾਂਦਾ ਕੋਈ ਹੈ, ਭੱਜ ਕੇ ਆਉਂਦੇ ਨੇ, ਫੜ ਲੈਂਦੇ ਨੇ। ਕਹਿੰਦਾ ਮੈਂ ਰਾਜਾ। ਕਹਿੰਦਾ ਹੋਏਗਾ ਸ਼ਹਿਰ ਦਾ, ਜੰਗਲ ਹੀ ਤਾਂ ਸਾਡਾ ਰਾਜ ਚੱਲਦਾ ਆਦੀਵਾਸੀਆਂ ਦਾ। ਚੱਲ ਅਸੀਂ ਤਾਂ ਬੜੇ ਦੇਵਤੇ ਤੋਂ ਸੋਚ ਰਹੇ ਸੀਗੇ ਕੁਲ ਦੇਵਤੇ ਨੂੰ ਬਲੀ ਚੜਾਉਣੀ ਹੈ, ਬੜੇ ਟਾਈਮ ਬਾਅਦ ਬੰਦਾ ਮੇਰਾ ਨਵਾਓ ਦਿਓ, ਤਿਆਰ ਕਰੋ ਬਲੀ ਚੜਾਉਣੇ ਦੀ। ਕਹਿੰਦਾ ਮੈਂ ਰਾਜਾ ਛੱਡ ਦਿਓ। ਕਹਿੰਦਾ ਨਾ। ਉਹ ਨਵਾ ਦਵਾ ਕੇ ਲਿਆਉਣ ਲੱਗਦੇ ਨੇ। ਜਿਹੜਾ ਉਹਦਾ ਸੈਕਟ ਦਾ ਹੈੱਡ ਹੁੰਦਾ ਨਾ, ਉਹ ਗੰਡਾਸਾ ਤੇਜ਼ ਕਰਕੇ ਮਾਰ ਲੈਂਦਾ ਗਰਦਨ 'ਤੇ। ਕਹਿੰਦਾ ਮੈਨੂੰ ਮਾਫ਼ ਕਰ ਦਿਓ। ਉਹ ਦੇਖਦਾ ਇਹਦੀ ਉਂਗਲ ਕੱਟੀ ਹੈ। ਕਹਿੰਦੇ ਤੇ ਬੰਦਾ ਖੰਡਤ ਹੈ, ਖੰਡਤ ਬੰਦੇ ਦੀ ਬਲੀ ਚੜ੍ਹ ਹੀ ਨਹੀਂ ਸਕਦੀ, ਹਟਾਓ ਇਹਨੂੰ, ਭੇਜੋ ਉਹਨੂੰ। ਰਾਜਾ ਫਟਾਫਟ ਮੁਕਟ ਸੰਭਾਲਦਾ। ਕਹਿੰਦਾ ਰਹਿ ਗਿਆ ਸ਼ਿਕਾਰ, ਛੱਡੋ ਪਰੇ। ਤੰਬੂ ਖਾੜਦਾ, ਚਲੋ ਮਹਿਲਾਂ 'ਚ। ਮਹਿਲਾਂ 'ਚ ਕਹਿੰਦਾ ਉਹ ਕੱਢ ਲਿਆਓ ਯਾਰ ਮੇਰੇ ਦੋਸਤ ਨੂੰ ਕੱਢ ਕੇ ਲਿਆਏ। ਰਾਜਾ ਨੇ ਸਾਰੀ ਸਟੋਰੀ ਸੁਣਾਈ। ਕਹਿੰਦਾ ਐਂ ਹੋਇਆ। ਕਹਿੰਦਾ ਰਾਜਾ ਬੜਾ ਵਧੀਆ ਹੋਇਆ। ਕਹਿੰਦਾ ਪਰ ਤੂੰ ਮੈਨੂੰ ਮਾਫ਼ ਕਰ ਦੇ, ਤੈਨੂੰ ਮੈਂ ਹਫ਼ਤਾ ਜੇਲ੍ਹ ਹੀ ਸੱਟੀ ਰੱਖਿਆ। ਕਹਿੰਦਾ ਬੜਾ ਵਧੀਆ ਹੋਇਆ। ਕਹਿੰਦਾ ਇਹਦੇ 'ਚ ਕੀ ਵਧੀਆ ਹੁਣ? ਕਹਿੰਦਾ ਰਾਜਾ ਮੈਂ ਤੇਰਾ ਹਮਸਾਇਆ, ਨਾਲ ਮੈਂ ਹੋਣਾ ਸੀਗਾ, ਮੈਂ ਤਾਂ ਖੰਡਤ ਰਹੀ ਹਾਂ, ਬਲੀ ਮੇਰੀ ਚੜ੍ਹ ਜਾਣੀ ਸੀਗੀ। ਹੁਣ we should never be a complaining personality, never ever। एक्सेप्टेंस क्या है? हुक्म ही चाहना एक्सेप्टेंस है। कोई ऐसा नहीं हो रहा जो दुनिया नाल नहीं होया। मैं वो पहला शख्स नहीं हाँ जिदे नाल होया। सड़क पार करते एक्सीडेंट हो गया, दुनिया का हुंदा, दुनिया मर जाती, मेरी तो लत्त टुट्टी। सो मुड़दी गल एक्सैप्टेंस दे विच ਇਹ नहीं कहता मैनू जो भांदा है मैं वो एक्सैप्ट करांगा, जो मैनू नहीं चंगा लगता वो मैं नहीं करता, वो मैं नहीं एक्सैप्ट करता। सिलैक्टिव इंटरप्रिटेशन नहीं होती, ये तो टोटैलिटी च है। तेरा किया हुण पंचम पातशाह तवी दे बैठे हैं, तवी जल रही, जलाद जल रहा, काजी तपिया बैठा, राजा तपिया बैठा, पब्लिक तपी बैठी, अग लाओ, लो तपी है, अग तपी है। साईं मियाँ मीर नूं भी आ गया गुस्सा, महाराज हुक्म करो।
आसमान हेठा करके धरती उपर कर दईए। शरीर जल रहा है, शरीर की चर्बी अग नाल सड़ के अग च पै के अग होर जल रही है, फैट जा रहा ना उहदे च। शरीर जल रहा है तो क्या हुआ, हम शांत हैं हरिनाम से। कवि लिखता एक। महाराज देखो कितनी शीतलता, कितनी ठंड, कितना हुक्म ही जाना, कितनी एक्सेप्टेंस है हुक्म दी। कित्थों मिलेगा ਇਹਦਾ पैरल एग्जाम्पल? नहीं मिल सकता। फिर ਜਿਹੜਾ हुक्म मैं एक्सैप्ट कर रहा, मैं उसकी रिस्पैक्ट भी कर रहा। महाराज किसी को बददुआ नहीं दे रहे उत्थे खड़े हुए, कोई वर शराब च नहीं पे हुए महाराज, उस तो उपर है। ते कहते हैं हे अकाल पुरख, तेरे दिते हुए इस तसियां दी मैं रिस्पैक्ट भी करांगा। ਉਹਦੀ ਰਿਸਪੈਕਟੈਂਸ ਵਿੱਚ ਆ ਇੱਕ ਇਹ ਤਿੰਨਾਂ ਦੇ ਵਿੱਚ ਗੱਲ ਤੇ ਫਿਰ ਪ੍ਰੇਮ ਦੀ ਹੈ। ਇਸ ਨੂੰ ਦਸਮ ਪਾਤਸ਼ਾਹ ਨੇ ਕਿਹਾ ਸਾਚ ਕਹੋ। ਹੁਣ ਇਹ ਪ੍ਰੇਮ ਚਾਹੀਦਾ, ਇਹ ਮਾੜੀ ਮੋਟੀ ਅਕਲਾਂ 'ਚ ਨਹੀਂ ਆਏਗਾ, ਅਕਲਾਂ ਦੀ ਖੇਡ ਨਹੀਂ ਹੈ। ਹੁਣ ਬਾਬਾ ਫਰੀਦ ਕਹਿੰਦੇ ਨੇ ਜੇ ਤੂੰ ਅਕਲ, ਇਹ ਲਤੀਫ ਅਕਲ ਕਿਹੜੀ ਹੈ, ਐਡੀ ਬਰੀਕ, ਇੰਨੀ ਸੂਖਮ, ਇੰਨੀ ਐਕੂਰੇਟ, ਇੰਨੀ ਹਰ ਤਰ੍ਹਾਂ ਤੋਂ ਤੇਰ ਮੇਰੇ ਤੋਂ ਪਰੇ, ਇੰਨੀ ਪਿਓਰ, ਇੰਨੀ ਪ੍ਰੇਮ 'ਚ ਬਿੱਜੀ ਅਕਲ ਆ ਚਾਹੀਦੀ ਹੈ ਮੈਨੂੰ, ਜਿਹੜਾ ਮੈਨੂੰ ਗੁਰੂ ਨੇ ਵਿਵੇਕ ਦੇ ਦੇਣਾ ਹੈ। ਹਮਰੋ ਕਰਤਾ ਬੜੋ ਵਿਵੇਕੀ, ਐਡਾ ਵੱਡਾ ਵਿਵੇਕੀ, ਇੰਨਾ ਵੱਡਾ ਵਿਵੇਕ ਦਿੱਤਾ ਉਹਨੇ ਮੈਨੂੰ ਕਿ ਆਈ ਕੈਨ ਆਈਡੈਂਟੀਫਾਈ what is best between right and wrong and what is the best among the best available. I can take the decision as per the circumstances, come what may. पर जो तेरा हुक्म होएगा वो मैं खिड़े मत्थे एक्सैप्ट करांगा। एक्सैप्टेंस दे विच टोटैलिटी है, सिलैक्टिव इंटरप्रिटेशन नहीं है। वो कहते ना हुण कुरान दे विच बंदा कहता, एक बंदा मौलवी कोल जांदा है, कहता मैनूं कुरान दे जिवें गुरु ग्रंथ साहब विच पौड़ियाँ, छंद, सलोक ने, अष्टपदियाँ ने, एवें कुराने पाक च सपायरे ते आयतां ने, जिवें शब्द समझ लो। उस सपायरे आयतां दा तर्जमा मीनिंग समझन मौलवी साहब कोल जांदा सी। मस्जिद जांदे जांदे बैठे बैठे पक्का मुसलमान बन गया। एक दिन जाके मस्जिद दे विच बैठे मौलवी शराब पी रहा, कंब गया। कहते ये कोल तो मैं सारा पढ़ता रहना, ये खुद बैठा कुफर कर रहा है, वो भी मस्जिद दे विच बैठा होया। कहता मौलवी साहब है की है? कहता मैं तो ना वही कर रहा जो कुरान कह रही है। कहता कुरान कह रही है शराब पी? कहता हाँ हाँ कह रही है। कहता कित्थे लिखा मैंने दिखाओ। उन्हें ट्रांसलेशन करती लाइन दी, तू शराब पी। कहता देख लिखा है तू शराब। कहता अगे की है? अगे लिखा सी दोज़ख में साड़ा जाएगा, इफ यू विल ड्रिंक यू विल बी बर्न इनटू द हेल। कहता मैं ना हले पहले लिए अद्धी कमा रहा। कहते खुद को बदलते नहीं, कुरान को बदल देते हैं। आप नहीं बदलना, कुरान की ट्रांसलेशन एवं कर देनी जी मैनू सूट करती है, ग्रंथ की ट्रांसलेशन एवं कर देनी जी मैनू एक्सैप्ट है। मैं वो नहीं एक्सैप्ट करना जो एक्चुअल है, वो तो फिर मैनू अपना बदलना पैंदा। वो मैं बदल के राजी नहीं। एक बंदा बड़ी बंदी करता सी, रब आ रब आ रब आ। कहता रब आ गया फलाने घर दे विच सैकेंड फ्लोर के उत्ते उस कमरे 'च बैठा। कहता पक्का? कहता हाँ बैठा जा। वो बड़ा भज्या भज्या चाई चाई जाता, आह अज रब नूं मिलना है, अज रब नूं मिलना है। हाफ जाता पुजदे पुजदे महल्ले तक, महल्ले पहुँच गया, गली पहुँच गया, हुण पौड़ियां ते पहुँच गया, थक के सोच रहा है आह रब मिल जाना, अज रब मिल जाना है। हौले हौले पौड़ियां चढ़दा, थक के आ रहा है। कहते पर मैं तो बड़े माड़े काम करदा, यह कुछ करदा वो कुछ करदा। रब ने कहना है सब छड्ड। फिर उन्हें मैंने पूछ लिया तो मैं की करांगा। बड़ा टुट्टे मन्ना पौड़ी चढ़ता, पहली मंजिल पड़ गया, दूजी मंजिल तो हौले चढ़ जाता है। दरजा खोलन की बजाय ना बाहरों कुंडी मार के भज जाता है। कहते कि रब ही मगर ना आ जाए। वो कहेगा बदल, वो मैंने एक्सैप्टेंस नहीं है। आई डोंट एक्सैप्ट दैट। कितने रब ही पिछे आ जाए कि आ जा तू आया सी मेरे को, तेन मैं दसा की करना की नहीं करना। आई वॉन्ट टू डू वॉट इज सुटेबल टू मी। फिर होमे है, मैं सेंटर्ड हाँ। मैं सेंटर्ड फिर एक्सैप्टेंस क्या है? फिर तेरा किया मीठा लागे की है? फिर जो तुद भाव है साई बलिकार की है? एवं तो नहीं गल है ना। सिलैक्टिव इंटरप्रिटेशन तो है नहीं, इट इज़ अ टोटल पैकेज। मन लो, मन ले रजाए, रजा विच तुर पे बस, होर की एक्सैप्टेंस।
ਉਹਦੇ ਵਿੱਚ ਹੁਣ ਇੱਕ ਬੰਦੇ ਦੇ ਐਕਸੈਪਟੈਂਸ ਕਰਦਾ ਹੈ, ਉਹਦੇ ਮਾੜੇ ਗੁਣ ਨਹੀਂ ਐਕਸੈਪਟ ਕਰਨੇ। ਐਕਸੈਪਟ ਕੀ ਕਰਨਾ ਹੈ, ਉਹਦੀ ਫਿਲਟਰੇਸ਼ਨ ਚਾਹੀਦੀ ਹੈ। ਇੱਕ ਬੰਦਾ ਸ਼ਰਾਬੀ ਹੈ, ਉਹਨੂੰ ਤੁਹਾਡਾ ਦੋਸਤ ਬਣ ਗਿਆ, ਉਹਦੇ ਕੋਲ ਸ਼ਰਾਬ ਪੀਣੀ ਥੋੜ੍ਹੀ ਐਕਸੈਪਟ ਕਰ ਲੈਣੀ ਹੈ। ਜੁਆਰੀ ਹੈ, ਜੂਆ ਖੇਡਣਾ ਥੋੜ੍ਹੀ ਐਕਸੈਪਟ ਕਰ ਲੈਣਾ। ਸੋ ਇੱਥੇ ਹੈ ਜਿਹੜਾ ਵਿਵੇਕ ਬੁੱਧ ਹੈ, ਇੱਥੇ ਹੈ ਜਿਹੜੀ ਅਕਲ ਲਤੀਫ ਹੈ। ਉਹ ਕਹਿੰਦਾ ਜੇ ਤੂੰ ਅਕਲ ਵਾਲਾ ਤਾਂ ਕਾਲੇ ਲਿਖਣਾ ਲਿਖ, ਐਵੇਂ ਨਹੀਂ ਹੈ। ਜੇ ਤੂੰ ਅਕਲ ਲਤੀਫ, you should be so deep and accurate intelligent, you should do proper analysis। ਪੈਨ ਵਿੱਚ ਤੋਲ ਕੇ ਦੇਖ ਲੈ ਨਾ ਤਰਾਜੂ ਵਿੱਚ, ਇਹ ਸੌਦਾ ਮੈਨੂੰ ਪੁੱਗਦਾ ਹੈ ਜਾਂ ਨਹੀਂ ਪੁੱਗਦਾ। ਸੌਦਾ ਪੁੱਗਦੇ ਤਾਂ ਸੁਣੋ ਸਾਖੀ। ਇੱਕ ਨਾ ਗਵਾਲਨ ਸੀ, ਉਹ ਦੁੱਧ ਵੇਚਦੀ ਸੀ। ਉਹ ਦੁੱਧ ਪਾਉਣ ਉਹਨੂੰ ਦੁੱਧ ਹੀ ਆਉਂਦਾ ਸੀ, ਗਵਾਲਾ ਦੁੱਧ ਪਾ ਜਾਂਦਾ ਸੀ। ਉਹ ਕੜਾਹੀ ਰਿੰਝ ਕੇ ਵੇਚਦੀ ਰਹਿੰਦੀ ਸੀਗੀ। ਸਾਹਮਣੇ ਮੰਦਰ ਸੀਗਾ, ਉਹ ਮੰਦਰ ਦਾ ਪੁਜਾਰੀ ਦਿਖਦਾ ਸੀ, ਇਹ ਯਾਰ ਗਵਾਲਾ ਆਉਂਦਾ, ਨਾ ਨਾਪਦਾ ਨਾ ਕੁਝ ਕਰਦਾ, ਡੋਲੂ ਉਹਦੇ ਕੜਾਹੀ ਚੁਲਟਦਾ, ਉਹ ਵੀ ਪੈਸੇ ਨਹੀਂ ਗਿਣਦੀ, ਮੁੱਠੀ ਭਰਦੀ ਹੈ, ਪੈਸੇ ਦੇ ਦਿੰਦੀ ਹੈ, ਚੱਲ ਜਾ, ਨਾ ਉਹ ਗਿਣਦਾ। ਹੁਣ ਇਹ ਕਲਰਜੀ ਜਿਹੜੇ ਬਾਹਮਣ, ਟਿਪੀਕਲ ਬਾਹਮਣ ਹੈ ਨਾ, ਜਿਹੜਾ ਸੋ ਕਾਲਡ ਧਰਮ ਦਾ ਠੇਕੇਦਾਰ ਸਮਝਦਾ ਆਪਣਾ, ਉਹ ਕਿਸੇ ਵੀ ਧਰਮ ਦਾ ਹੋ ਸਕਦਾ ਹੈ। ਐਨੀ ਰਿਲੀਜਨ ਜੋ ਆਪਣੇ ਆਪ ਨੂੰ ਧਰਮ ਦਾ ਠੇਕੇਦਾਰ ਸਮਝੇ, ਉਹ ਬੰਦੇ ਡੇਂਜਰਸ ਹੁੰਦੇ ਨੇ। ਉਹ ਦੂਜੇ ਨੂੰ, ਦੋ ਬੰਦਿਆਂ ਨੂੰ ਲੜਾ ਕੇ ਆਪਣੀਆਂ ਰੋਟੀਆਂ ਸੇਕਣਗੇ, ਕਿਉਂਕਿ ਦੋਨਾਂ ਨੂੰ ਲੜਾਉਣਗੇ ਨਾ, ਇੱਕ ਨੂੰ ਲੜਾ ਕੇ ਫਾਇਦਾ ਨਹੀਂ ਉਹਨਾਂ ਨੂੰ। ਕਿਉਂਕਿ ਰੋਟੀ ਸਿੱਕੀ ਤਾਂ ਮਿਲੇਗੀ ਜੇ ਦੋਨੋਂ ਪਾਸੋਂ ਸਿੱਕੇਗੀ। ਇੱਕ ਪਾਸੇ ਸਿੱਕੀ ਤੇ ਰੋਟੀ ਵੀ ਨਹੀਂ ਖਾਧੀ ਜਾਣੀ, ਦੋਨਾਂ ਨੂੰ ਸੇਕਣਗੇ। ਉਹ ਕਹਿੰਦਾ ਉਹ ਤੂੰ ਯਾਰ ਦੁੱਧ ਤੇ ਅੱਜ ਪੂਰਾ ਪਾਇਆ, ਮੈਂ ਦੇਖਿਆ ਕੈਨੀ ਤੇਰੀ ਭਰੀ ਸੀ ਪੂਰੀ, ਪਰ ਉਹਨੇ ਮੁੱਠੀ ਨਾ ਛੋਟੀ ਭਰੀ ਹੈ, ਪੂਰੀ ਮੁੱਠੀ ਨਹੀਂ ਭਰੀ ਪੈਸੇ ਦੀ। ਕਹਿੰਦਾ ਕੋਈ ਨਹੀਂ ਪੰਡਿਤ ਜੀ, ਚਲੀ ਜਾਂਦਾ। ਕਹਿੰਦਾ ਇਹ ਤਾਂ ਪਟਿਆ ਨਹੀਂ ਗਿਆ। ਉਹ ਪੋਚਾ ਮਾਰਨ ਆਉਂਦੀ ਹੈ ਮੰਦਰ ਵਿੱਚ, ਦੁੱਧ ਵੇਚ ਕੇ ਸਫਾਈ ਕਰਾਉਂਦੀ, ਸੇਵਾ ਕਰਨ ਆਉਂਦੀ ਹੈ। ਕਹਿੰਦਾ ਅੱਜ ਮੈਂ ਦੇਖਿਆ ਕੈਨੀ ਥੋੜ੍ਹੀ ਘੱਟ ਸੀ, ਮੁੱਠੀ ਤਾਂ ਪੂਰੀ ਭਰ ਕੇ ਪਾਈ ਪੈਸੇ ਦੀ ਉਹਦੀ ਝੋਲੀ 'ਚ। ਕਹਿੰਦੇ ਕੋਈ ਗੱਲ ਨਹੀਂ ਪੰਡਿਤ ਜੀ, ਸਰੀ ਜਾਂਦਾ। ਉਹ ਸਫਾਈ ਕਰਦੇ ਕਰਦੇ ਨਾ ਦੀਵਾਰ 'ਤੇ ਦੇਖਦੀ, ਉਹ ਪੁੰਝ ਲੱਗਦੀ ਹੈ ਨਾ, ਐਵੇਂ ਲੱਗਦਾ 1 2 3 4 ਲਾਈਨਾਂ, ਫਿਰ ਕੱਟ ਪੰਜਵਾਂ, ਫਿਰ ਅੱਗੇ 1 2 3 4 5 ਐਵੇਂ, ਉਹ ਵੀ ਪੁੰਝ ਲੱਗਦੀ। ਉਹ ਪੰਡਤ ਰੌਲਾ ਪਾਉਂਦਾ, ਓਏ ਨਾ ਪੁੰਜੀ, ਨਾ ਪੁੰਜੀ। ਕਹਿੰਦਾ ਕੀ ਹੋਇਆ? ਇਹ ਮੇਰਾ ਨਾ ਰੱਬ ਨਾਲ ਜਿਹੜਾ ਮਾਲਾ ਫੇਰ ਰਿਹਾ ਉਹਦੀ ਗਿਣਤੀ ਹੈ। ਕਹਿੰਦੀ ਫਟੇ ਮੂੰਹ ਪੰਡਤ ਤੇਰੇ, ਮੈਂ ਦੁਨਿਆਵੀ ਹਿਸਾਬ ਗਿਣਤੀ ਮਿਣਤੀ 'ਚ ਨਹੀਂ ਕੀਤਾ, ਕਿਉਂਕਿ ਮੈਂ ਪ੍ਰੇਮ ਕੀਤਾ, ਨਾ ਮਿਣ ਕੇ ਲਿਆ ਨਾ ਗਿਣ ਕੇ ਦਿਆ। ਤੇ ਤੂੰ ਦਰਗਾਹ ਨਾਲ ਗਿਣਤੀ ਮਿਣਤੀ ਕਰਦਾ ਪਿਆ, ਜਾ ਤੂੰ, ਤੇਰਾ ਕੱਖ ਨਹੀਂ ਹੋ ਸਕਦਾ। ਕੀ ਐਕਸੈਪਟੈਂਸ ਹੈ? ਮੈਂ ਇੰਨਾ ਕਰਾਂਗਾ ਤੇ ਇਹ ਚਾਹੀਦਾ ਮੈਨੂੰ, ਇਹ ਕਰ ਰਿਹਾ। ਦਿਸ ਇਜ਼ ਨਾਟ ਲਵ, ਦਿਸ ਇਜ਼ ਬਿਜ਼ਨਸ। ਵਪਾਰ ਤੇ ਪਿਆਰ 'ਚ ਹੀ ਫਰਕ ਹੈ। ਪਿਆਰ ਦੇਣ ਮੰਗੇਗਾ, ਵਪਾਰ ਕਹੇਗਾ ਮੇਰਾ ਪ੍ਰੋਫਿਟ ਕੀ ਹੈ ਇਸ ਡੀਲ ਦੇ ਵਿੱਚ। ਉਹ ਪ੍ਰੋਫਿਟ ਲਾਸ ਆਪਣੀ ਬੈਲੈਂਸ ਸ਼ੀਟ ਨਾਲ ਬਣਾਏਗਾ। ਪ੍ਰੇਮ ਵਿੱਚ ਤੇ ਬੰਦਾ ਸਿਰ, ਹੁਣ ਸ਼ਹਾਦਤ ਜੋ ਹੈ ਨਾ, ਇਹ ਐਵੇਂ ਨਹੀਂ ਹੈ ਕਿਸੇ ਨੂੰ ਐਵੇਂ ਬੁਖਾਰ ਉੱਠਿਆ ਤਾਂ ਉੱਠ ਕੇ ਸ਼ਹੀਦ ਹੋ ਗਿਆ। ਜਿਹੜਾ ਸੇਵਾ ਦੇ ਮਾਰਗ 'ਤੇ ਗੁਰੂ ਦੇ ਲੜ ਲੱਗ ਕੇ ਚੱਲ ਪਿਆ, ਸੇਵਾ ਕਰਦੇ 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 ਜਦੋਂ ਸੇਵਾ ਦਾ ਸਿਖਰ ਆਏਗਾ ਨਾ, ਸਿਖਰ ਸੇਵਾ ਦਾ, ਆਪਣੇ ਆਪ ਨੂੰ ਅਰਪਣ ਕਰ ਦੇਗਾ। ਸੋ ਸ਼ਹਾਦਤ ਸੇਵਾ ਦਾ ਸਿਖਰ ਹੈ। ਕੋਈ ਆਪ ਮੁਦਰੇ ਪੰਨ ਤੋਂ ਉੱਠਿਆ ਬੁਖਾਰ ਨਹੀਂ ਹੈ, ਉੱਠ ਕੇ ਜਾ ਕੇ ਸਿਰ ਧੜ ਦੀ ਬਾਜੀ ਦੇਤੀ, ਐ ਨਹੀਂ ਹੈ। ਜਦੋਂ ਸੇਵਾ ਵਿੱਚ ਆਪਣੇ ਪਿਆਰੇ ਨੂੰ ਕੀ ਅਰਪਣ ਕਰਾਂ, ਮੇਰਾ ਸਭ ਤੋਂ ਕੀਮਤੀ ਕੀ ਹੈ, ਮੈਂ ਆਪ ਹੀ ਵਾਰ ਦਿੰਦਾ। ਪਰ ਉਹ ਪ੍ਰੇਮ ਵਿੱਚ ਆ ਕੇ ਗੁਰੂ ਸਾਹਿਬ ਕਹਿੰਦੇ ਨੇ ਵਾਰਿਆ ਨਾ ਜਾਵਾਂ ਇੱਕ ਵਾਰ। ਫਿਰ ਐਕਸੈਪਟੈਂਸ ਕੀ ਹੈ? ਜੋ ਤੁਧ ਭਾਵੈ, ਬਸ ਜੋ ਤੈਨੂੰ ਚੰਗਾ ਲੱਗੇ ਉਹ ਮੈਨੂੰ ਚੰਗਾ ਲੱਗਣ ਲੱਗ ਜਾਏ, ਇਹ ਮੇਰੀ ਐਕਸੈਪਟੈਂਸ ਹੈ। ਪਰ ਜਿਹਦੀ ਚੀਜ਼ ਦੀ ਅਸੀਂ ਟੋਟੈਲਿਟੀ 'ਚ ਐਕਸੈਪਟ ਕਰਾਂਗੇ ਨਾ, ਉਹਦੀ ਰਿਸਪੈਕਟ ਆਉਣੀ ਲਾਜ਼ਮੀ ਹੈ। ਜਿਹਦੀ ਗੱਲ ਹੀ ਨਹੀਂ ਬਣੀ ਅਤੇ ਉਹਦੀ ਇੱਜ਼ਤ ਵੀ ਕੀ ਖਾਕ ਹੋਏਗੀ। 4 ਔਰਤਾਂ ਬੈਠੀਆਂ ਨਾ, ਕਿੱਟੀ ਪਾਰਟੀ ਚੱਲ ਰਹੀ ਹੈ, ਇਹਦੇ ਘਰ ਚੱਲ ਰਹੀ ਸੀ, ਉਹ ਰੰਮੀ ਖੇਡਦੀਆਂ ਪਈਆਂ। ਉਹ ਬੱਚਾ ਕਹਿੰਦੀ ਆ ਮੇਰਾ ਬੱਚਾ ਬੜਾ ਪਿਆਰਾ, ਆਈ ਲਵ ਮਾਈ ਚਾਈਲਡ, ਆਈ ਲਵ ਮਾਈ ਚਾਈਲਡ। ਉਹ ਬੱਚੇ ਨੇ ਬੰਨੀ ਸੀ, ਉਹਨੇ ਨੈਪੀ ਪੋਟੀ ਕਰਤੀ, ਸੁਸੂ ਕਰਤਾ। ਉਹ ਰੰਮੀ ਖੇਡ ਰਹੀ, ਮੇਰੀ ਵਾਰੀ ਆ ਗਈ, ਮੇਰੀ ਵਾਰੀ ਆ ਗਈ। ਉਹ ਬੱਚੇ ਦੀ ਨੈਪੀ 'ਚੋਂ ਥੋੜ੍ਹੀ ਪੋਟੀ ਬਾਹਰ ਆ ਗਈ। ਉਹਦੀ ਸਹੇਲੀਆਂ ਕਹਿੰਦੀਆਂ ਦੇਖ ਯਾਰ, ਉਹ ਗੈਟਿੰਗ ਇਨਟੂ ਫਿਲਥ, ਉਹਨੂੰ ਕਲੀਨ ਕਰ। ਮੇਰਾ ਬੱਚਾ ਬੜਾ ਪਿਆਰਾ ਹੈ, ਆਈ ਲਵ ਯੂ, ਆ ਰਹੀ ਹੈ, ਰੰਮੀ ਖੇਡ ਰਹੀ ਹੈ। ਕਹਿੰਦੇ ਖਾਕ ਪਿਆਰ ਕਰਦੀ ਤੂੰ ਆਪਣੇ ਬੱਚੇ ਨੂੰ, ਗੱਲਾਂ ਨਾਲ ਪਿਆਰ ਹੈ, ਐਕਸ਼ਨ ਹੀ ਤਾਂ ਦਿਖਿਆ ਨਹੀਂ। ਤੂੰ ਰਿਸਪੈਕਟ ਤਾਂ ਕਰ ਨਹੀਂ ਰਹੀ, ਐਕਸੈਪਟ ਕੀ ਕਰ ਰਹੀ ਹੈ? ਗੱਲਾਂ ਨਾਲ, ਲਿਪ ਟੋਕਿੰਗ ਨਹੀਂ। ਜਲਦ ਮਰਦੀ ਐਕਸ਼ਨ ਦੱਸ ਦੇਗਾ।
ਰਿਸਪੈਕਟ ਦੱਸ ਦੇਗੀ, ਫਿਰ ਉਹਦੀ ਪ੍ਰੋਟੈਕਸ਼ਨ ਵੀ ਦੱਸੇਗੀ ਕਿ ਮਾਂ ਆਪਣੇ ਬੱਚੇ ਨੂੰ ਪ੍ਰੋਟੈਕਟ ਕਿਵੇਂ ਕਰ ਰਹੀ ਹੈ। ਤੂੰ ਦੇਖੋ, ਮੈਨੂੰ ਕਿਸੇ ਨੇ ਵੀਡੀਓ ਭੇਜੀ 4-5 ਦਿਨ ਪਹਿਲੇ, ਟਟੀਰੀ ਜਿਹੜਾ ਬਾਰਿਸ਼ ਆਉਣ ਤੋਂ ਪਹਿਲੇ ਬੋਲਦੀ ਹੈ ਨਾ, ਟਟੀਰੀ ਬਰਡ ਤੁਸੀਂ ਸੁਣਿਆ ਹੋਣਾ, ਉਹ ਖੇਤ 'ਚ ਅੰਡੇ ਦਿੱਤੇ ਹੋਏ, ਕਿਸਾਨ ਟਰੈਕਟਰ ਲਾ ਕੇ ਹਲ ਵਾਹਣ ਆ ਰਿਹਾ, ਖੇਤ 'ਚ ਅੰਡੇ ਨੇ, ਉਹਨੂੰ ਹਲ ਵਾਹਣਾ, ਉਹਨੇ ਉਹ ਪਰ ਖੋਲ੍ਹ ਕੇ ਨਾ ਆਇਆ ਖੜੀ ਟਰੈਕਟਰ ਅੱਗੇ, ਪੂਰਾ ਕੋਲ ਆ ਕੇ ਟਾਇਰ ਇੱਥੇ ਰੁਕ ਗਿਆ, ਉੱਠੀ ਨਹੀਂ ਮਾਂ, ਅੰਡੇ ਆ ਜਾਣਗੇ ਟਾਇਰ, ਉੱਠੀ ਨਹੀਂ, ਚੁੰਝ ਮਾਰਦੀ ਟਾਇਰ ਨੂੰ, ਲੜ ਸਕਦੀ ਟਰੈਕਟਰ ਨਾਲ, ਪਰ ਖੜ ਗਈ। ਉਹ ਰਿਸਪੈਕਟ ਦੇਖੋ ਕਿੰਨੀ, ਉਹਦੀ ਐਕਸੈਪਟੈਂਸ ਕਿੰਨੀ ਹੈ। ਤਿੰਨੇ 'ਚ ਚੀਜ਼ ਕੀ ਹੈ ਕਾਮਨ? ਲਵ, ਪ੍ਰੇਮ ਹੈ। ਉਹ ਕਿਸਾਨ ਪਿੱਛੇ ਕਰਕੇ ਡਟਣਾ, ਉੱਥੇ ਉਹਨੇ ਝੰਡਾ ਕੱਢਿਆ, ਇੱਕ ਡੰਡੀ ਪੇੜ ਤੋਂ ਤੋੜ ਕੇ ਕੱਢ ਕੇ ਨਾ ਉੱਤੇ ਚਿੱਟਾ ਕੱਪੜਾ ਬੰਨਿਆ। ਮੈਨੂੰ ਐਂ ਲੱਗਿਆ ਉਹ ਟਟੀਰੀ ਦਾ ਟਰੈਕਟਰ ਨਾਲ ਜੰਗ ਜਿੱਤਣ ਦਾ ਫਤਿਹ ਦਾ ਝੰਡਾ ਕੱਢਿਆ ਪਿਆ ਖੇਤ 'ਚ। ਆਹ ਦੇਖੋ ਕੀ ਪ੍ਰੋਟੈਕਸ਼ਨ ਹੈ। ਹੁਣ ਗੁਰੂ ਤੇਗ ਬਹਾਦਰ ਸਾਹਿਬ ਕੋਲ ਕਸ਼ਮੀਰੀ ਪੰਡਤ ਆਉਂਦੇ, ਹੁਣ ਇੱਥੇ ਇੱਕ ਰਿਲੀਜਨ ਦੀ ਪ੍ਰੋਟੈਕਸ਼ਨ ਦੀ ਗੱਲ ਨਹੀਂ ਹੋ ਰਹੀ, ਇਹ ਅਕਾਲ ਦੇ ਹੁਕਮ ਦੇ ਵਿੱਚ ਜੋ ਸਿਸਟਮ ਹੈ ਉਹਦੀ ਮਹਾਰਾਜ ਨਿਗਹਿਬਾਨੀ ਕਰ ਰਹੇ ਨੇ। ਸਿਰਫ ਹਿੰਦ ਦੀ ਚਾਦਰ ਦੀ ਗੱਲ ਨਹੀਂ ਹੋ ਰਹੀ। ਗੁਰੂ ਨਾਨਕ ਸਾਹਿਬ ਨੇ ਕਲੀਅਰ ਕਰਤਾ ਸੀ, ਛੋਟੀ ਉਮਰ 'ਚ ਪਾਉਣ ਲੱਗੇ ਨੇ ਜਨੇਊ, ਮਨਾ ਕਰਤਾ। ਕਹਿੰਦੇ ਨੇ ਕਿਉਂ ਪਾ ਰਹੇ ਹੋ? ਕਹਿੰਦੇ ਨਾਲ ਜਾਏਗਾ ਦਰਗਾਹ ਦਾ, ਇਹ ਹੈ ਉਹ ਹੈ। ਕਹਿੰਦੇ ਨੇ ਤੇ ਫਿਰ ਤੁਸੀਂ ਬ੍ਰਾਹਮਣ ਨੂੰ ਲੱਗ ਪਾ ਰਹੇ ਹੋ ਸਿਲਕ ਦਾ, ਖੱਤਰੀ ਨੂੰ ਕਾਟਨ ਦਾ ਪਾ ਰਹੇ ਹੋ, ਸ਼ੂਦਰ ਨੂੰ ਪਾਉਂਦੇ ਨਹੀਂ ਹੋ, ਵੈਸ਼ ਨੂੰ ਲੱਗ ਪਾ ਰਹੇ ਹੋ। ਤੇ ਚਲੋ ਮੈਨੂੰ ਪਾਉਣਾ ਪਾ ਦਿਓ, ਪਰ ਮੇਰੀ ਭੈਣ ਮੇਰੇ ਤੋਂ ਵੱਡੀ ਹੈ ਬੇਬੇ ਨਾਨਕੀ, ਇਹਨੂੰ ਪਹਿਲੇ ਪਾਓ। ਕਹਿੰਦੇ ਨਹੀਂ, ਔਰਤਾਂ ਨੂੰ ਪਾਉਂਦੇ ਨਹੀਂ। ਕਹਿੰਦੇ ਇੰਨੀ ਡਿਸਕ੍ਰਿਮੀਨੇਸ਼ਨ ਕਿ 4 ਵਰਣ ਨੇ, ਚਾਰੋਂ ਵਰਣ ਦਾ ਸੂਤਰ ਵੀ ਇੱਕ ਨੂੰ ਪੈਣਾ ਨਹੀਂ, 3 ਦਾ ਸੂਤਰ ਅਲੱਗ ਹੈ, ਥਰੈਡ ਅਲੱਗ ਹੈ, ਇੱਕ ਸਿਲਕ ਦਾ, ਇੱਕ ਕਾਟਨ ਦਾ, ਇੱਕ ਅਲੱਗ ਹੈ, ਅਤੇ ਲੇਡੀਜ਼ ਨੂੰ ਪਾਉਣਾ ਨਹੀਂ ਹੈ। ਕਹਿੰਦੇ ਮੈਂ ਨਹੀਂ ਲੈਣਾ। ਫਿਰ ਕਹਿੰਦੇ ਕਿਹੜਾ? ਆਸਾ ਕੁਵਾਰੀ 'ਚ ਕਲੀਅਰ ਕਰਤਾ ਮਹਾਰਾਜ ਨੇ, ਦਿਆ ਕਪਾ ਸੰਤੋਖ ਸੂਤ ਚਤਗੰਡੀ ਸਤਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ। ਜਿਹੜਾ ਮੇਰਾ ਵੈਲਿਊਜ਼ ਵਾਲਾ ਜਨੇਊ ਪਾ ਦੇ ਮੈਨੂੰ, ਜਿਹੜਾ ਮੇਰੀ ਆਤਮਾ ਦੇ ਇਹ ਤਾਂ ਜਲ ਜਾਏਗਾ, ਟੁੱਟ ਵੀ ਜਾਏਗਾ, ਮੈਲਾ ਵੀ ਜਾਏਗਾ। ਕਹਿੰਦੇ ਉਹ ਜਿਹੜਾ ਪਾਇਆ ਨਾ ਇਹ ਟੁੱਟੇ ਨਾ ਇਹ ਜਲੇ ਨਾ ਮਨ ਲਾਗੇ। ਸਾਰੀ ਸਬਜ਼ੀ ਜਾਣਦੇ ਹੋ, ਪਾਣੀ ਸਾਰੀ ਆਸਾ ਕੀ ਵਾਰ ਦਾ ਡੇਲੀ ਤੁਸੀਂ ਕੀਰਤਨ ਸੁਣਦੇ ਹੋ, ਹਰ ਗੁਰਦੁਆਰੇ ਪੜ੍ਹਿਆ ਜਾਂਦਾ ਹੈ। ਪਰ ਜਿਹੜੀ ਚੀਜ਼ ਨੂੰ ਪਹਿਲੀ ਪਾਤਸ਼ਾਹੀ ਸਾਡੇ ਸਿਸਟਮ ਦੇ ਵਿੱਚ ਇੱਕ ਮਰਿਆਦਾ ਦਾ ਹਿੱਸਾ ਨਹੀਂ ਬਣ ਰਿਹਾ, ਜ਼ਬਰਦਸਤੀ ਨਹੀਂ ਪਾਉਂਦੇ, ਮਨਾ ਕਰਤਾ। ਅਤੇ 9ਵੇਂ ਪਾਤਸ਼ਾਹ ਕਹਿੰਦੇ ਨੇ ਜਿਹੜੇ ਪਾ ਰਹੇ ਨੇ ਉਹਨਾਂ ਨੂੰ ਮੁਬਾਰਕ, ਉਹਨਾਂ ਦਾ ਮੈਂ ਜ਼ਬਰਦਸਤੀ ਉਤਰਨ ਵੀ ਨਹੀਂ ਦਿਆਂਗਾ। ਉਹਨਾਂ ਨੂੰ ਕੀ ਸੀਗਾ, ਬੈਠੇ ਰਹਿੰਦੇ। ਸ਼ਹਾਦਤ ਦੇ ਦਿੱਤੀ ਉਹਦੇ ਪਿੱਛੇ ਮਹਾਰਾਜ ਨੇ। ਕਿੰਨਾ ਉਹਨਾਂ ਨੂੰ ਮਹਾਰਾਜ ਨੇ ਐਕਸੈਪਟ ਕੀਤਾ, ਕਿੰਨੀ ਉਹਨਾਂ ਦੀ ਰਿਸਪੈਕਟ ਕੀਤੀ ਅਤੇ ਕਿੰਨਾ ਪ੍ਰੋਟੈਕਟ ਕੀਤਾ। ਇੱਥੇ ਮਹਾਰਾਜ ਦੇ ਜਿਹੜਾ ਵੱਡਾ ਹੁਕਮ ਹੈ, ਦੀ ਹੁਕਮ, ਉਹਦੀ ਨਿਗਹਿਬਾਨੀ ਕਰ ਰਹੇ ਹਨ ਗੁਰੂ ਤੇਗ ਬਹਾਦਰ ਸਾਹਿਬ। ਹੁਣ ਐਨੀਮਿਟੀ ਤੋਂ ਉੱਤੇ ਉੱਠ ਕੇ 6ਵੇਂ ਪਾਤਸ਼ਾਹ ਨੇ ਵੀ ਬਾਜ਼ ਪਾ ਲਿਆ ਸੀਗਾ। ਪੈਂਦੇ ਖਾਂ ਉਹਨਾਂ ਦਾ ਇੱਕ ਜਨਰਲ ਸੀਗਾ ਫੌਜ ਦਾ, ਉਹਦੇ ਜਵਾਈ ਨੇ ਬਾਜ਼ ਫੜ ਲਿਆ। ਮਹਾਰਾਜ ਕਹਿੰਦੇ ਜਿਹਨੇ ਬਾਜ਼ ਫੜਿਆ ਫੜੋ, ਲਿਆਓ, ਪੇਸ਼ ਕਰੋ। ਹੁਣ ਉਹਦਾ ਸੀਗਾ ਜਵਾਈ, ਕਿਵੇਂ ਫੜ ਕੇ ਲਿਆਏ, ਉਹਦੀ ਬੇਇੱਜ਼ਤੀ ਹੁੰਦੀ ਸੀਗੀ। ਉਹ ਬਾਕੀ ਉਹਨਾਂ ਨੇ ਲੋਕਾਂ ਨੇ ਉਹਨੂੰ ਉਕਸਾਤਾ, ਕਹਿੰਦਾ ਤੂੰ ਕਸੂਰ ਦੇ ਇਲਾਕੇ ਦਾ ਐਡਾ ਵੱਡਾ ਪਠਾਨ ਹੈ, ਤੂੰ ਕੀ ਗੁਰੂ ਘਰ ਦਾ ਬਣਿਆ ਹੈ ਨੌਕਰ, ਛੱਡ ਪਰੇ ਤੂੰ, ਆਪਾਂ ਬਗਾਵਤ ਕਰਦੇ ਨੇ। ਉਹ ਬਗਾਵਤ ਕਰਕੇ ਜੰਗ 'ਚ ਆ ਗਿਆ। ਮਹਾਰਾਜ ਨੇ ਆਪਣੇ ਬੱਚੇ ਵਕਨ ਪਾਲਿਆ ਸੀ, ਉਹਨੂੰ ਬੇਟੇ ਵਕਨ ਪਾਲਿਆ ਸੀਗਾ। ਹੁਣ ਕਦੀ ਵੀ ਕਿਸੇ ਵੀ 2 ਬੰਦਿਆਂ ਦੇ ਵਿੱਚ ਇਸ਼ੂ ਹੋਇਆ, ਦੈਟ 2 ਪੀਪਲ ਕੈਨ ਬੀ ਐਨੀਬਡੀ, ਫਾਦਰ ਸਨ, ਮਦਰ ਸਨ, ਵਾਈਫ ਹਸਬੈਂਡ, ਮਾਲਕ ਨੌਕਰ, ਪੜੋਸੀ, ਲੈਣ ਵਾਲਾ, ਵੇਚਣ ਵਾਲਾ, ਖਰੀਦਦਾਰ, ਸੌਦੇਦਾਰ, ਕੋਈ ਵੀ 2 ਬੰਦੇ ਨੇ। ਜੇ ਦੋਨਾਂ 'ਚ ਕੋਈ ਇਸ਼ੂ ਹੈ, ਜਿਸ ਬੰਦੇ ਨੇ ਪਹਿਲੇ ਆਪਣੀ ਵੋਇਸ ਰੇਜ਼ ਕਰ ਲਈ ਨਾ, ਉਹਨੇ ਆਪਣੀ ਹਾਰ ਡਿਫੀਟ ਕਰ ਲਈ, ਐਕਸੈਪਟ ਕੀਤੀ ਉਹਨੇ ਡਿਫੀਟ ਆਪਣੀ, ਵੀ ਮੈਂ ਡਾਇਲੌਗ ਨਾਲ ਨਹੀਂ ਜਿੱਤ ਪਾ ਰਿਹਾ, ਹੁਣ ਮੈਂ ਚੀਕਾ ਚਾੜਾ ਪਾਵਾਂ। ਇਹਦਾ ਮਤਲਬ ਡਾਇਲੌਗ 'ਚ ਹਾਰਿਆ। ਸੋ ਦੈਟ ਪਰਸਨ ਐਕਸੈਪਟਸ ਹਿਜ਼ ਔਰ ਹਰ ਡਿਫੀਟ ਕਿ ਮੈਂ ਡਾਇਲੌਗ ਨਹੀਂ ਜਿੱਤ ਪਾਉਂਦਾ, ਮੈਂ ਰੌਲਾ ਪਾਵਾਂ। ਫਿਰ ਉਹ ਗਾਲੀ ਗਲੋਚ 'ਤੇ ਆ ਗਿਆ, ਹਾਰ ਐਕਸੈਪਟ ਕੀਤੀ ਆਪਣੀ। ਅਤੇ ਜਿਹਨੇ ਹੱਥ ਚੁੱਕ ਲਿਆ ਦੋਨਾਂ 'ਚੋਂ, ਉਹਨੇ ਹਾਰ ਐਕਸੈਪਟ ਕੀਤੀ। ਗੁਰੂ ਸਾਹਿਬ ਦੀਆਂ 6ਵੇਂ ਪਾਤਸ਼ਾਹ ਦੀਆਂ ਜੰਗਾਂ, 10ਵੇਂ ਪਾਤਸ਼ਾਹ ਜੰਗਾਂ, ਕਦੇ ਵੀ ਮਹਾਰਾਜ ਨੇ ਪਹਿਲੇ ਸ਼ਸਤਰ ਅਸਤਰ ਨਹੀਂ ਚੁੱਕਿਆ। ਸਾਹਮਣੇ ਵਾਲੇ ਨੂੰ ਮੌਕਾ ਦਿੱਤਾ, ਤੂੰ ਚੁੱਕ, ਹਾਰ ਐਕਸੈਪਟ ਕੀਤੀ, ਉਹਦੀ ਜਵਾਬ ਦਿੱਤਾ। ਪਹਿਲੇ ਅਟੈਕ ਨਹੀਂ ਕੀਤਾ, ਕਦੇ ਵੀ ਨਹੀਂ ਕੀਤਾ। ਐਵੇਂ ਪੈਂਦੇ ਖਾਂ ਸਾਹਮਣੇ ਆ ਗਿਆ,
ਕਹਿੰਦੇ ਮੈਂ ਜੰਗ ਕਰਨੀ ਹੈ, ਕਹਿੰਦੇ ਇੰਨੇ ਬੰਦੇ ਕਾਹਨੂੰ ਮਰਾਣੇ ਦੋਨੋਂ ਪਾਸੇ ਦੇ, ਤੂੰ ਤਾਂ ਮੈਂ ਹੀ ਆ ਜਾਂਦੇ ਹਾਂ। ਛੇਵੇਂ ਪਾਤਸ਼ਾਹ ਕਹਿੰਦੇ ਨੇ ਲੈਟਸ ਹੈਵ 1-to-1 ਫਾਈਟ। ਉਹ ਆ ਗਿਆ ਘੋੜੇ 'ਤੇ ਚੜ੍ਹ ਕੇ। ਹੁਣ ਦੇਖੋ ਇਸ ਸਾਖੀ ਦੇ ਵਿੱਚ ਪਿਆ ਕਿਆ ਹੈ, ਮਹਾਰਾਜ ਦਾ ਜੰਗ ਦਾ ਅੰਦਾਜ਼ ਦੇਖੋ, ਅਤੇ ਮਹਾਰਾਜ ਦੇ ਜੰਗ ਕਰਨ ਦੇ ਨਖਰੇ ਵੀ ਦੇਖੋ ਕੱਢਿਆ, ਕਿਤਨੇ ਖੂਬਸੂਰਤ ਨਖਰੇ ਹੈ। ਕਹਿੰਦੇ ਪੈਂਦੇ ਖਾਂ ਆ ਗਿਆ, ਕਹਿੰਦਾ ਆ ਗਿਆ ਜੀ, ਕਹਿੰਦਾ ਚੱਲ ਵਾਰ ਕਰ। ਉਹ ਕਮਾਨ 'ਤੇ ਚਲਾ ਕੇ ਤੀਰ ਚਲਾਉਂਦਾ, ਮਹਾਰਾਜ ਨਾ ਘੋੜੇ 'ਤੇ ਬੈਠੇ ਬੈਠੇ ਘੋੜੇ ਦੀ ਰਕਾਬ ਦੇ ਨਾਲ ਇੰਝ ਕਰਕੇ ਤੀਰ ਰੋਕ ਦਿੰਦੇ ਨੇ। ਸਟਾਈਲ ਦੇਖੋ ਮਹਾਰਾਜ ਦਾ। ਫਿਰ ਦੂਜਾ ਵੀ ਰੋਕ ਦਿੰਦੇ ਨੇ, ਕਹਿੰਦੇ ਕੀ ਤੂੰ ਸਾਡੀ ਫੌਜ ਦਾ ਐਡਾ ਵੱਡਾ ਸੈਨਾਪਤੀ, ਕੀ ਸਿੱਖਿਆ, ਚੱਲ ਇੱਕ ਅਟੈਕ ਹੋਰ ਕਰ। ਤੀਜਾ ਮੌਕਾ ਦਿੰਦੇ ਨੇ, ਉੱਥੇ ਵੀ ਫੇਲ ਹੋ ਜਾਂਦਾ। ਫਿਰ ਉਹਨੂੰ ਪਠਾਨ ਸੀਗਾ, ਉਹਨੂੰ ਪਰਸ਼ੀਅਨ ਆਉਂਦੀ ਸੀ ਪਸ਼ਤੋ। ਮਹਾਰਾਜ ਕਹਿੰਦੇ ਨੇ ਪਿਸਰ ਜ਼ਤਨ ਈ ਨਹੀਂ ਈ ਅਸਤ, ਮੈਂ ਦੱਸਦਾ ਤੈਨੂੰ ਅਟੈਕ ਕਿਵੇਂ ਕਰੀਦਾ। ਮਹਾਰਾਜ ਇੱਕ ਹੱਥ ਨਾਲ ਘੋੜੇ ਦੀ ਰਕਾਬ ਫੜ ਕੇ, ਦੋਨੋਂ ਪੈਰਾਂ ਨਾਲ ਰਕਾਬ 'ਤੇ ਘੋੜੇ 'ਤੇ ਖੜਾ ਹੋ ਕੇ ਸ੍ਰੀ ਸਾਹਿਬ ਕੱਢ ਕੇ ਇੱਕ ਅਟੈਕ ਕਰਦੇ ਹਨ। ਉਹ ਦੋ ਫਾੜ ਹੋ ਕੇ ਧਰਤੀ 'ਤੇ ਡਿੱਗਣ ਲੱਗਦਾ। ਹੁਣ ਮਹਾਰਾਜ ਦੀ ਫੁਰਤੀ, ਮਹਾਰਾਜ ਦੀ ਰਿਸਪੈਕਟ ਅਤੇ ਮਹਾਰਾਜ ਦੀ ਪ੍ਰੋਟੈਕਟ ਦੇਖੋ ਇਹ ਸਾਖੀ 'ਚ ਕਿੱਥੇ ਪਈ ਹੈ। ਮਹਾਰਾਜ ਉਹਦੇ ਡਿੱਗਣ ਤੋਂ ਪਹਿਲੇ ਛਲਾਂਗ ਮਾਰ ਕੇ ਉਹਨੂੰ ਸੰਭਾਲ ਲੈਂਦੇ ਹਨ। ਪੁੱਤਰ ਬਣਾ ਕੇ ਪਾਲਿਆ, ਅੱਜ ਦੁਸ਼ਮਣ ਬਣ ਕੇ ਆ ਗਿਆ ਤਾਂ ਵੀ ਰਿਸਪੈਕਟ ਕਿੰਨੀ ਦੇ ਰਹੇ ਹਨ। ਕਹਿ ਦੇਣਾ ਦਿਆਂਗੇ ਗੁਰੂ ਦਾ ਸੀ, ਹੋਰ ਕੀ ਅਸੀਂ ਚੁੱਕ ਪਾਲਦੇ ਹਾਂ। ਅਸੀਂ ਗੁਰੂ ਨਾਨਕ ਗੁਰੂ ਗੋਬਿੰਦ ਦੇ ਸਿੱਖਾਂ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਲੜ ਲਗੇ, ਇਸ ਤੋਂ ਵੱਡਾ ਆਰਾਮ ਕੀ ਪਾਲਦੇ ਹਾਂ ਅਸੀਂ ਦੁਨੀਆ 'ਚ। ਮਹਾਰਾਜ ਨੂੰ ਫੜ ਕੇ ਗੋਦੀ 'ਚ ਰੱਖ ਕੇ ਨਾ ਆਪਣੇ ਪੱਲੂ ਨਾਲ ਨਾ ਉਹਦੇ ਮੂੰਹ ਤੋਂ ਲਹੂ ਸਾਫ਼ ਕਰਦੇ ਹਨ, ਵਾਈਪਸ ਹਿਸ ਫੇਸ। ਕਹਿੰਦੇ ਨੇ ਪੈਂਦੇ ਖਾਂ ਅਸੀਂ ਦੇਖ ਰਹੇ ਹਾਂ ਤੂੰ ਇੱਕ ਮੁਸਲਮਾਨ ਹੈ, ਸੱਚਾ ਮੁਸਲਮਾਨ ਰਿਹਾ, ਤੇਰਾ ਨਾ ਇੰਤਕਾਲ ਦਾ ਸਮਾਂ ਆ ਗਿਆ, ਤੂੰ ਹੁਣ ਅੱਲਾ ਦੇ ਘਰ ਜਾਣ ਲੱਗਾ, ਤੂੰ ਮੁਸਲਮਾਨ ਹੈ, ਚੱਲ ਕਲਮਾ ਇੱਕ ਪਾਕ ਪੜ੍ਹ। ਕਲਮਾ ਇਜ਼ ਦੇਅਰ ਮੂਲ ਮੰਤਰ। ਕਹਿੰਦਾ ਜੀ ਨਹੀਂ ਪੜ੍ਹਦਾ। ਮਹਾਰਾਜ ਕਹਿੰਦੇ ਕਿਉਂ? ਕਹਿੰਦਾ ਤੁਹਾਡੀ ਸ੍ਰੀ ਸਾਹਿਬ ਮੇਰੇ ਸਰੀਰ ਤੋਂ ਫਿਰ ਜਾਣੀ, ਕਲਮਾ ਪੜ੍ਹਿਆ ਗਿਆ। ਤੁਹਾਡੇ ਚਿਹਰੇ ਦੇ ਦੀਦਾਰ ਕਲਮੇ ਦੇ ਦੀਦਾਰ ਹੈ। ਹੁਣ ਇੱਥੇ ਕਲਮੇ ਦੇ ਉੱਤੇ ਮੂਲ ਮੰਤਰ ਦੀ ਵਿਕਟਰੀ ਹਿਸਟਰੀ ਦੇ ਵਿੱਚ ਐਸਟੈਬਲਿਸ਼ ਹੋ ਗਈ। ਆ ਸਾਖੀ ਕਿੱਡੀ ਡੂੰਘੀ ਆ। ਇੱਥੇ ਮੂਲ ਮੰਤਰ ਦੀ ਫਤਿਹ ਹੋ ਗਈ ਹੈ ਕਲਮੇ ਦੇ ਉੱਪਰ। ਉਹ ਮੁਸਲਮਾਨ ਹੋ ਕੇ ਕਲਮਾ ਨਹੀਂ ਪੜ੍ਹ ਰਿਹਾ, ਮਹਾਰਾਜ ਦੇ ਚਿਹਰੇ 'ਚੋਂ ਕਲਮੇ ਦੇ ਦੀਦਾਰ ਕਰ ਰਿਹਾ, ਕਿਰਪਾਨ ਫਿਰ ਜਾਣੀ ਨੂੰ ਕਲਮਾ ਪੜ੍ਹਿਆ ਗਿਆ ਸਮਝ ਰਿਹਾ। ਪਰ ਮਹਾਰਾਜ ਉਹਨੂੰ ਪ੍ਰੋਟੈਕਟ ਵੀ ਕਿਵੇਂ ਕਰ ਰਹੇ ਹਨ? ਆਪਣੇ ਹੱਥੀਂ ਫਿਰ ਉਹਦਾ ਦਫਨ ਕਰਦੇ ਹਨ। ਦਸਮ ਪਾਤਸ਼ਾਹ ਦੇ ਅੰਦਾਜ਼ ਦੇਖੋ, ਤੀਰ ਮਾਰਦੇ ਹਨ, ਜੰਗ ਕਰ ਰਹੇ ਹਨ, ਤੋਲਾ ਸੋਨਾ ਲਾ ਦਿੰਦੇ ਨਾਲ। ਪ੍ਰੋਟੈਕਟ ਕੀ ਕਰ ਰਹੇ ਹਨ? ਜੇ ਕੋਈ ਦੁਸ਼ਮਣ ਬਣ ਕੇ ਵੀ ਆ ਗਿਆ, ਮਹਾਰਾਜ ਦੇ ਅੰਦਰ ਤਾਂ ਦੁਸ਼ਮਣੀ ਨਹੀਂ ਪਈ ਨਾ, ਆ ਗਿਆ ਬਣ ਕੇ, ਹੁਣ ਮੈਨੂੰ ਜੰਗ ਕਰਨੀ ਪੈ ਗਈ ਹੈ, ਜ਼ਖਮੀ ਹੋ ਗਿਆ, ਮੁਸਲਮਾਨ ਹੈ ਜਾਂ ਹਿੰਦੂ ਹੈ, ਉਹ ਤੋਲੇ ਸੋਨੇ ਨਾਲ ਵੇਚ ਕੇ ਇਲਾਜ ਕਰਾ ਲੇਗਾ। ਜੇ ਮੁਸਲਮਾਨ ਮਰ ਗਿਆ ਤਾਂ ਤੋਲਾ ਵੇਚ ਕੇ ਦਫਨ ਦਾ ਪੈਸਾ ਖਰਚਾ ਹੋ ਜਾਏਗਾ, ਜੇ ਹਿੰਦੂ ਹੈ ਤਾਂ ਲੱਕੜਾਂ ਆਉਣਗੀਆਂ, ਸੰਸਕਾਰ ਹੋ ਜਾਏਗਾ। ਆਹ ਕਿਆ ਅੰਦਾਜ਼ ਹੈ ਦਸਮ ਪਾਤਸ਼ਾਹ ਦਾ, ਕਿਆ ਪ੍ਰੋਟੈਕਸ਼ਨ ਹੈ। ਕਿੱਥੇ ਪੈਰਲਲ ਪਿਆ ਹਿਸਟਰੀ 'ਚ ਦਾ? ਨਹੀਂ ਮਿਲ ਸਕਦਾ। ਅਸੀਂ ਬੜੇ ਚੰਗੇ ਭਾਗਾਂ ਵਾਲੇ ਹਾਂ ਜੋ ਗੁਰੂ ਨਾਨਕ ਦੇ ਘਰ ਜਨਮੇ ਆ। ਇਸ ਤੋਂ ਵੱਡਾ ਆਰਾਮ ਹੈ ਹੀ ਨਹੀਂ ਕੋਈ। ਜੇ ਸਾਨੂੰ ਇਹ ਸੋਝੀ ਆ ਜਾਏ ਕਿ ਸਾਡੇ ਕੋਲ ਸ਼ਬਦ ਗੁਰੂ ਦੀ ਕਲਾ ਵਰਤ ਰਹੀ ਹੈ, ਸ਼ਬਦ ਗੁਰੂ ਦੇ ਲੜ ਲੱਗੇ ਹਾਂ, ਪਰ ਜਦੋਂ ਇਹਦਾ ਇੱਕ ਪੱਖ ਹੋਰ ਦੇਖੋ, ਦਸਮ ਪਾਤਸ਼ਾਹ ਜ਼ਫਰਨਾਮਾ ਲਿਖਦੇ ਹਨ ਔਰੰਗਜ਼ੇਬ ਨੂੰ। ਮਹਾਰਾਜ ਹਰ ਤਰੀਕੇ ਨਾਲ ਐਕਸੈਪਟ ਵੀ ਕਰਦੇ ਹਨ, ਰਿਸਪੈਕਟ ਵੀ ਕਰਦੇ ਹਨ, ਪਰ ਪ੍ਰੋਟੈਕਟ ਦੀ ਜਦੋਂ ਵਾਰੀ ਆਉਂਦੀ ਹੈ ਨਾ, ਉਹ ਕਹਿੰਦਾ ਤੁਸੀਂ ਤੇ ਤੁਹਾਡਾ ਤਾਂ ਗੁਰੂ ਨਾਨਕ ਦਾ ਰਾਹ ਸੀਗਾ, ਤੁਸੀਂ ਕੀ ਸ਼ਸਤਰ ਚੁੱਕੇ ਤੇ ਤੀਰ ਕਮਾਨ ਚੁੱਕੇ, ਸ਼ਸਤਰ ਹਰ ਕੀਤੇ। ਮਹਾਰਾਜ ਕੀ ਲਿਖਦੇ ਹਨ? ਚੁਕਾਰ ਅਜ਼ ਹਮਾ ਹੀਲਤੇ ਦਰਗੁਜ਼ਸਤ ਹਲਾਲਸਤ ਬੁਰਦੰਗ ਬ ਸ਼ਮਸ਼ੀਰ ਦਸਤ। ਜਦੋਂ ਕਿਸੇ ਬੰਦੇ ਨਾਲ ਡਾਇਲੌਗ ਦੇ ਸਾਰੇ ਵਸੀਲੇ ਐਗਜ਼ੌਸਟ ਹੋ ਜਾਣ, ਮੁੱਕ ਜਾਣ, ਕੋਈ ਸੋਲੂਸ਼ਨ ਨਹੀਂ ਨਿਕਲ ਰਿਹਾ, ਫਿਰ ਕਿਰਪਾਨ ਚੁੱਕ ਲੈਣੀ ਜਾਇਜ਼ ਹੈ। ਮੂਰਖ ਬੰਦਾ ਕਿਰਪਾਨ ਦੀ ਭਾਸ਼ਾ ਹੀ ਸਮਝੇਗਾ। ਫਿਰ ਉਹ ਵੀ ਇੱਕ ਅਦਬ ਹੀ ਸਮਝਾ ਰਹੇ ਹਨ, ਅਤੇ ਉਹ ਵੀ ਉਹਦੇ 'ਚ ਵੀ ਕੀ ਲਿਖਦੇ ਹਨ, ਉਹਨੂੰ ਕੀ ਰਿਅਲਾਈਜ਼ ਕਰਾ ਰਹੇ ਹਨ। ਕਹਿੰਦੇ ਨੇ ਰਿਸਪੈਕਟ ਨਾ, ਉਹਨਾਂ ਦੀ ਰਿਸਪੈਕਟ ਦਾ ਵੀ ਇੱਕ ਐਂਗਲ ਕਿੰਨਾ ਵੱਡਾ ਦੇਖੋ ਜ਼ਫਰਨਾਮਾ 'ਚ। ਉਸ ਸ਼ੌਕ ਨਾਲ ਮਰਿਆ ਔਰੰਗਜ਼ੇਬ,
ਉਹਦੀ ਬੇਟੀ ਸੀ ਜ਼ੇਬੁਲ ਨਿਸਾ, ਬੜੀ ਵੱਡੀ ਸ਼ਾਇਰਾਨਾ ਸੀਗੀ, ਦਸਮ ਪਾਤਸ਼ਾਹ ਦੀ ਬੜੀ ਆਸ਼ਿਕ ਸੀਗੀ, ਬਹੁਤ ਮੰਨਦੀ ਸੀਗੀ। ਤੇ ਉਹ ਕਹਿੰਦੀ ਅੱਬਾ ਹਜ਼ੂਰ ਤੁਸੀਂ ਗਲਤ ਜਗ੍ਹਾ ਮੱਥਾ ਮਾਰ ਲਿਆ, ਛੋਟੇ ਸਾਹਿਬਜ਼ਾਦੇ ਕੋ ਤੇ ਦਸਮ ਪਾਤਸ਼ਾਹ ਦੇ ਪਿਤਾ ਨੂੰ ਸ਼ਹੀਦ ਕੀਤਾ। ਹੁਣ ਤੁਸੀਂ ਵਾਅਦਾ ਕੀਤਾ ਸੀਗਾ ਨਿਕਲੋ ਕਿਲੇ ਤੋਂ, ਕੁਛ ਨਹੀਂ ਕਰਾਂਗੇ, ਫਿਰ ਅਟੈਕ ਕੀਤਾ, 10 ਲੱਖ ਫੌਜ 40 ਬੰਦੇ ਨੇ ਘੇਰਾ ਪਾ ਕੇ ਬੈਠੀ ਹੈ। ਹੁਣ ਉਹਦੇ ਵਿੱਚ ਕੀ ਸੀਗਾ, ਮਹਾਰਾਜ ਉਹਨੂੰ ਕੀ ਰਿਲਾਈਜ਼ ਕਰਾਉਂਦੇ ਹਨ ਰਿਸਪੈਕਟ ਬਾਰੇ, ਔਰੰਗਜ਼ੇਬ ਤੂੰ ਮੁਸਲਮਾਨ ਹੋ ਕੇ ਕੁਰਾਨੇ ਪਾਕ ਦੀ ਉਹ ਰਿਸਪੈਕਟ ਨਹੀਂ ਕੀਤੀ ਜੋ ਮੈਂ ਸਿੱਖ ਹੋ ਕੇ ਕੀਤੀ। ਕਿਉਂ? ਤੂੰ ਕੁਰਾਨੇ ਪਾਕ ਤੇ ਲਿਖ ਕੇ ਸਹੁੰ ਪਾਈ ਸੀ ਕਿਲਾ ਛੱਡ ਦੋ, ਅਸੀਂ ਅਟੈਕ ਨਹੀਂ ਕਰਾਂਗੇ। ਮੈਂ ਤੇਰੀ ਕੁਰਾਨੇ ਪਾਕ ਤੇ ਲਿਖੀ ਸਹੁੰ ਤੂੰ ਮੰਨਿਆ, ਰਿਸਪੈਕਟ ਕੀਤੀ, ਤੂੰ ਲਿਖ ਕੇ ਮੁਕਰਿਆ, ਅਟੈਕ ਕੀਤਾ, ਤਾਂ ਤੂੰ ਨਹੀਂ ਰਿਸਪੈਕਟ ਕੀਤੀ। ਉਹ ਇਸ ਸ਼ੌਕ ਨਾਲ ਮਰ ਗਿਆ ਸੀਗਾ ਕਿ ਮੈਂ ਮੁਸਲਮਾਨ ਹੋ ਕੇ ਕੁਰਾਨ ਦੀ ਉਹ ਇੱਜ਼ਤ ਨਹੀਂ ਕਰ ਪਾਇਆ ਜੋ ਦਸਮ ਪਾਤਸ਼ਾਹ ਰਿਸਪੈਕਟ ਕਰ ਗਏ, ਇਹ ਸ਼ੌਕ ਨਾਲ ਮਰ ਗਿਆ। ਸੋ ਇਹ ਤਿੰਨਾਂ ਦੇ ਵਿੱਚ ਜੋ ਕਾਮਨ ਸੂਤਰ ਹੈ ਉਹ ਪ੍ਰੇਮ ਦਾ ਹੈ। ਪ੍ਰੇਮ ਹੈ ਪਰੇ ਮੈਂ, ਤੇ ਪ੍ਰੇਮ ਦੇ ਵਿੱਚ ਵਜਨ ਰੱਰਾ ਲੈ ਰਿਹਾ ਲਿਖਤ ਵਿੱਚ ਵੀ, ਜੋ ਪੈਰਾਂ 'ਚ ਪੈ ਗਿਆ। ਨਿਵੇਂ ਸੋ ਗੋਰਾ ਹੋਏ, ਜੋ ਸਾਨੂੰ ਗੁਰੂ ਦੀ ਗੱਲ ਐਕਸੈਪਟ ਕਰਨੀ ਆ ਜਾਏ, ਅਸੀਂ ਉਹਦੀ ਰਿਸਪੈਕਟ ਕਰੀਏ। ਜੇ ਅਸੀਂ ਗੁਰੂ ਦੀ ਗੱਲ ਨੂੰ ਐਕਸੈਪਟ ਕਰ ਰਹੇ ਹਾਂ ਅਤੇ ਗੁਰੂ ਦੀ ਗੱਲ ਦੀ ਰਿਸਪੈਕਟ ਕਰ ਰਹੇ ਹਾਂ, ਅਤੇ ਗੁਰੂ ਨੇ ਪ੍ਰੋਟੈਕਟ ਕਰ ਹੀ ਲੈਣਾ, ਉਹਨੇ ਕਰ ਲੈਣਾ, ਕਿਉਂਕਿ ਇਹ ਉਹਦਾ ਬਿਰਧ ਹੈ। ਜਿਵੇਂ ਬਾਣੀ 'ਚ ਆਇਆ ਨਾ, ਜੋ ਸ਼ਰਨ ਆਵੇ, ਇਹਦਾ ਮਤਲਬ ਉਹ ਤੇ ਤਿਆਰ ਬੈਠਾ ਮੈਂ ਸ਼ਰਣੀ ਤੇ ਆਵਾਂ। ਇਹ ਬਿਰਧ ਸੁਆਮੀ ਸੰਦਾ। ਬਿਰਧ ਕੀ ਹੁੰਦਾ? ਸੰਗਤ 'ਚੋਂ ਦੱਸੇ ਕੋਈ ਬਿਰਧ ਕੀ ਹੁੰਦਾ? ਹਾਂਜੀ, ਗਰੀਬ ਆਦਮੀ ਨਹੀਂ, ਨਿਮਾਣਾ ਵੀ ਨਹੀਂ। ਇਹ ਬਿਰਧ ਤੇ ਰੱਬ ਦਾ ਹੈ, ਗੁਰੂ ਦਾ ਬਿਰਧ ਹੈ ਨਾ। ਗੁਰੂ ਗਰੀਬ ਨਹੀਂ ਹੈ, ਗੁਰੂ ਨਿਮਾਣਾ ਨਹੀਂ ਹੈ। ਸ਼ਰਨ ਮੈਂ ਆਣਾ, ਤੇ ਉਹ ਕਹ ਰਹੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਕੀ ਹੈ? ਮੁੱਢ ਕਦੀਮੀ ਸੁਭਾਅ, ਇਨ ਬਿਲਡ ਐਟੀਟਿਊਡ, ਜਿਹਨੂੰ ਇੰਗਲਿਸ਼ 'ਚ ਕਹਾਂਗੇ। ਉਹਦਾ ਸੁਭਾਅ ਹੈ ਉਹ ਗਲਤ। ਜਿਵੇਂ ਹੁਣ ਇਹ ਕੈਂਡਲ ਹੈ, ਮੈਂ ਕੈਂਡਲ ਜਲਾਈ, ਫਲੇਮ ਕਿੱਥੇ ਜਾ ਰਿਹਾ? ਉੱਪਰ। ਹੁਣ ਇਹ ਹੀ ਸਿੱਖ ਦਾ ਜੀਵਨ ਹੈ, ਚੜ੍ਹਦੀ ਕਲਾ ਹੀ ਰਹਿਣਾ। ਇਹ ਸੁਭਾਅ ਹੈ ਉਹਦਾ। ਉਹ ਫਲੇਮ ਉੱਪਰ ਕਿਉਂ ਜਾ ਰਿਹਾ? ਇਹ ਅੱਗ ਉਹ ਸੂਰਜ ਦੀ ਅੱਗ ਤੋਂ ਟੁੱਟੀ ਹੈ, ਉਹਦੇ ਵੱਲ ਹੀ ਅਟਰੈਕਟ ਹੋਏਗੀ, ਉੱਧਰ ਹੀ ਜਾਏਗੀ, ਦੂਜੇ ਪਾਸੇ ਜਾ ਹੀ ਨਹੀਂ ਸਕਦੀ। ਹੁਣ ਹਨੇਰੀ ਆਉਂਦੀ ਹੈ, ਅਸਮਾਨ ਗ੍ਰੇ ਹੋ ਗਿਆ, ਕਿੰਨਾ ਮਿੱਟੀ ਇਕੱਠਾ ਹੋ ਗਿਆ, ਉਹ ਮਿੱਟੀ ਨੀਚੇ ਉੱਡ ਕੇ ਜਾ ਰਹੀ ਹੈ, ਵਾਪਸ ਕਿੱਥੇ ਆ ਰਹੀ ਹੈ? ਨੀਚੇ ਆ ਰਹੀ ਹੈ। ਸਮੁੰਦਰ 'ਚੋਂ ਭਾਪ ਬਣ ਕੇ ਸਮੁੰਦਰ ਦੀ ਸੂਰਜ ਦੀ ਤਪਸ਼ ਲੈ ਕੇ ਪਾਣੀ ਦੀ ਬੂੰਦਾਂ ਉੜੀਆਂ, ਵੈਪਰੇਟ ਹੋਈਆਂ, ਬੱਦਲ ਬਣ ਕੇ ਬਰਸ ਗਈਆਂ, ਮੀਂਹ ਬਣਿਆ, ਬਰਫ਼ ਵੀ ਪਈ ਪਹਾੜਾਂ 'ਤੇ। ਉਹ ਪਹਾੜਾਂ ਦੀ ਬਰਫ਼ ਫਿਰ ਸੂਰਜ ਦੀ ਤਪਸ਼ ਦੀ ਸੰਗਤ ਕਰਕੇ ਮੈਲਟ ਹੁੰਦੀ ਹੈ, ਨਿਵਾਣ ਵੱਲ ਜਾਂਦੀ ਹੈ। ਕੱਲੀ ਨਹੀਂ ਜਾਂਦੀ, ਬਾਕੀ ਡ੍ਰੌਪਸ ਨੂੰ ਸੱਦਾ ਦਿੰਦੀ ਹੈ, ਵਹਿਣ ਬਣਦੀ ਹੈ। ਕੱਲਾ ਵਹਿਣ ਨਹੀਂ ਜਾਂਦਾ, ਬਾਕੀ ਵਹਿਣ ਨੂੰ ਆਵਾਜ਼ ਮਾਰਦਾ, ਚੋਅ ਬਣਦਾ ਹੈ। ਕੱਲਾ ਚੋਅ ਨਹੀਂ ਜਾਂਦਾ, ਬਣ ਕੇ ਇੱਕ ਨਦੀ ਦਾ ਰੂਪ ਰਹਿੰਦਾ ਹੈ। ਪਰ ਜਦੋਂ ਪਹਾੜਾਂ 'ਚ ਆ ਰਹਿੰਦਾ, ਬੜਾ ਸ਼ੋਰ ਮਚਾਉਂਦਾ ਹੈ, ਪੱਥਰਾਂ ਨਾਲ ਟੱਕਰ ਮਾਰਦਾ, ਇੱਧਰ ਉੱਧਰ। ਕਿਉਂ ਤਾਂ ਖਿੱਚੇ? ਉਹ ਜਿਹਦੇ ਤੋਂ ਟੁੱਟਾ ਹੈ ਉਹਨੂੰ ਮਿਲਣਾ ਚਾਹੁੰਦਾ, ਅੱਗੇ ਆ ਕੇ ਸ਼ਾਂਤ ਹੋ ਜਾਂਦਾ, ਗਹਿਰਾ ਹੋ ਜਾਂਦਾ, ਚੌੜਾ ਹੋ ਜਾਂਦਾ ਹੈ। ਪਰ ਜਿਹੜਾ ਦੋਨੋਂ ਸ਼ੋਰਸ ਦੇ ਵਿੱਚ ਚੱਲ ਰਿਹਾ, ਦਰਿਆ ਦੇ ਦੋਨੋਂ ਬੰਨਿਆਂ ਵਿੱਚ ਉਹਦਾ ਮਿਲਾਪ ਹੈ। ਜਿਹੜਾ ਬੰਨੇ ਤੋੜ ਕੇ ਹੜ੍ਹ ਬਣ ਗਿਆ, ਉਹ ਦੂਜੇ ਦੀ ਡਿਸਟਰੈਕਸ਼ਨ ਕਰ ਰਿਹਾ ਹੈ, ਪਰ ਆਪ ਮਿਲਾਪ ਤੋਂ ਵਾਂਝਾ ਰਹਿ ਗਿਆ। ਸਿੱਖ ਦਾ ਜੀਵਨ ਇਹ ਨਹੀਂ ਹੈ। ਫਿਰ ਪਿਓਰ ਸੀਗਾ ਉੱਪਰ, ਸਾਰੇ ਸ਼ਹਿਰ ਦੀ ਗੰਦਗੀ ਲੈ ਕੇ ਖਾਰੇ ਤੋਂ ਵਿਛੜਦਾ ਹੈ, ਪਿਓਰ ਬਣਿਆ, ਫਿਰ ਖਾਰੇ 'ਚ ਖਾਰਾ ਹੋ ਕੇ ਜਾ ਕੇ ਫਿਰ ਮਿਲ ਜਾਂਦਾ। ਆਹ ਲਾਈਫ ਸਾਈਕਲ ਦੇਖੋ ਕਿਆ ਹੈ। ਸੋ ਅਸੀਂ ਉਸ ਪ੍ਰੇਮ ਵਿੱਚ ਰਹੀਏ, ਉਸ ਸਿਦਕ ਵਿੱਚ ਰਹੀਏ। ਆਪ ਸਭ ਦਾ, ਪ੍ਰਬੰਧਕਾਂ ਦਾ ਬਹੁਤ ਧੰਨਵਾਦ। ਸਾਹਿਬ ਸ਼ਬਦ ਗੁਰੂ ਨਾਨਕ, ਗੁਰੂ ਗੋਬਿੰਦ, ਗੁਰੂ ਗ੍ਰੰਥ ਸਾਹਿਬ ਦੀ ਬੇਅੰਤ ਕਿਰਪਾ। ਆਪ ਸੰਗਤ ਗੁਰੂ ਰੂਪੋਂ ਬਖਸ਼ਣ ਜੋਗੋ, ਬਖਸ਼ ਦੇਣਾ। ਜੋ ਕਮੀਆਂ ਖਾਮੀਆਂ ਨੇ ਉਹ ਮੇਰੀਆਂ ਨੇ, ਜੋ ਗੱਲ ਚੰਗੀ ਲੱਗੀ ਉਹ ਗੁਰੂ ਦੀ ਸੀਗੀ।
ਆਪ ਅਸੀਸ ਬਖਸ਼ਣਾ, ਗੁਰੂ ਨਾਲ ਨਿਭਾਉਣਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਰਵਿੰਦਰ ਸਿੰਘ ਜੀ ਦਾ। ਕੇਵਲ 5 ਮਿੰਟ ਦਾ ਸਮਾਂ ਮੈਂ ਵੀਰ ਜੀ ਕੋਲੋਂ ਹੋਰ ਲੈਣਾ ਹੈ। ਇੱਕ ਜਨਮ ਸਾਖੀ ਇਹਨਾਂ ਕੋਲੋਂ ਸੁਣਨੀ ਹੈ। ਉਹ ਹੁਣ ਵੀਰ ਜੀ ਮੈਂ ਦੁਬਾਰਾ ਬੇਨਤੀ ਕਰਾਂਗਾ, ਮੈਂ ਪਹਿਲੇ ਉਹ ਭੁੱਲ ਗਿਆ ਸੀ ਕਹਿਣਾ, ਤੇ ਹੁਣ ਵੀਰ ਜੀ ਗਏ ਨੇ, ਉਹ ਜ਼ਰੂਰ ਸੁਣ। ਆਓ ਵੀਰ ਜੀ ਆਓ, ਬਾਅਦ ਵਿੱਚ ਫਿਰ ਕਰਦੇ ਹਾਂ, ਵੀਰ ਜੀ ਦਾ ਸਨਮਾਨ ਵੀ ਕਰਨਾ ਹੈ। ਕੇਵਲ 2-4 ਮਿੰਟ ਵਾਸਤੇ ਵੀਰ ਜੀ ਕੋਲ ਇੱਕ ਵਾਹਿਗੁਰੂ। ਜਿਹੜੀਆਂ ਸਾਡੇ ਪਾਸ ਜਨਮ ਸਾਖੀਆਂ ਨੇ ਨਾ ਜੀ, ਉਹ 4 ਨੇ। ਭਾਈ ਬਾਲੇ ਦੀ, ਭਾਈ ਮਿਹਰਬਾਨ ਦੀ, ਇੱਕ ਵਲੈਤ ਵਾਲੀਆਂ ਸਾਖੀਆਂ ਨੇ, ਜੋ ਕੋਈ ਇੱਥੋਂ ਵਲੈਤ ਲੈ ਗਿਆ ਸੀ ਫਿਰ ਉਹਦਾ ਉਤਾਰਾ ਕਰਕੇ ਲੈ ਕੇ ਆਂਦਾ, ਉਹਨਾਂ ਨੂੰ ਵਲੈਤ ਵਾਲੀਆਂ ਕਹਿੰਦੀਆਂ, ਅਤੇ ਚੌਥੀ ਭਾਈ ਮਨੀ ਸਿੰਘ ਦੀ। ਇਹ ਚਾਰੋਂ ਸਾਖੀਆਂ ਗੁਰੂ ਨਾਨਕ ਸਾਹਿਬ ਬਾਰੇ ਪੁਰਾਤਨ ਜਨਮ ਸਾਖੀਆਂ ਨੇ। ਉਹਨਾਂ ਇਹ ਸਾਰੀਆਂ ਸਾਧ ਭਾਸ਼ਾ ਵਿੱਚ ਨੇ, ਜਿਹੜੀ ਉਸ ਸਮੇਂ ਦੀ ਭਾਸ਼ਾ ਸੀਗੀ। ਮੈਂ ਯਤਨ ਕਰਦਾ ਉਸ ਸਮੇਂ ਦੀ ਭਾਸ਼ਾ ਵਿੱਚ ਆਪ ਜੀ ਨੂੰ ਨਾਲ ਸਾਖੀ ਦੀ ਸਾਂਝ ਕਰਦਾ। ਦ੍ਰਿਸ਼ ਕੀ ਹੈ, ਸਾਖੀ ਜਦੋਂ ਵਾਪਰੀ ਨਾ, ਉਦੋਂ ਤੁਸੀਂ ਵੀ ਸੀ, ਮੈਂ ਵੀ ਸੀ, ਪਰ ਅਸੀਂ ਮਨੁੱਖਾ ਜੁਨੀ ਨਹੀਂ ਸੀ। ਹੋ ਸਕਦਾ ਅਸੀਂ ਸੱਪ, ਛਿਪਕਲੀ, ਗਧੇ, ਕੋੜੇ, ਕੁੱਤੇ, ਬਿੱਲੇ, ਕੁਛ ਵੀ ਹੋਈਏ, ਸਾਡੀ ਹਾਜ਼ਰੀ ਨਹੀਂ ਲੱਗੀ। ਪਰ ਜਦੋਂ ਅਸੀਂ ਸੁਰਤ ਕਰਕੇ ਗੁਰੂ ਨੂੰ ਹਾਜ਼ਰ ਜਾਣ ਕੇ ਉਸ ਸਾਖੀ 'ਚ ਪਾਰਟੀਸਪੇਟ ਕਰਦੇ ਹਾਂ, ਸਾਡੀ ਹਾਜ਼ਰੀ ਲੱਗ ਜਾਂਦੀ ਹੈ। ਅਸੀਂ ਸਾਰੇ ਉਸ ਸਾਖੀ 'ਚ, ਉਸ ਦ੍ਰਿਸ਼ 'ਚ ਆਪਣੀ ਹਾਜ਼ਰੀ ਲਵਾਉਣ ਦਾ ਯਤਨ ਕਰੀਏ। ਇਹ ਸਮਾਂ ਜਦੋਂ ਗੁਰੂ ਨਾਨਕ ਸਾਹਿਬ ਦੀ ਕੁੜਮਾਈ ਹੋ ਗਈ, ਅਤੇ ਉਹਨਾਂ ਦੀ ਕੁੜਮਾਈ ਦੀ ਖੁਸ਼ੀ ਦੇ ਵਿੱਚ ਸਾਰੇ ਸ਼ਹਿਰ ਨੂੰ ਮਿਠਾਈਆਂ ਅਤੇ ਸਮਾਨ ਚੀਜ਼ਾਂ ਵੰਡੀਆਂ ਗਈਆਂ। ਅਤੇ ਤਦੋਂ ਭਾਈ ਮਰਦਾਨਾ ਜੀ ਵੀ ਜਾਂਦੇ ਹਨ ਗੁਰੂ ਨਾਨਕ ਸਾਹਿਬ ਪਾਸ, ਉਹਨਾਂ ਦੇ ਘਰ, ਕਹਿੰਦੇ ਵੀ ਸਾਰਿਆਂ ਨੂੰ ਤੁਸੀਂ ਦਿੱਤਾ, ਮੈਨੂੰ ਵੀ ਦਿਓ ਕੁਛ। ਵਾਹਿਗੁਰੂ ਜੀ। हे जी हो जी, हे नानक जी, तुसा की कुड़माई थी गई, तुसा की कुड़माई की खुशी में कुल ग्राम में मिठाई रसदा बंडियाँ गईयाँ। तुसा का घर उच्चा आहा, मैं मर्दाने डूम मरासी की भी काई खैर पा। बाबा मुस्कुराए के आखे, हो जी भाई जी, तुसा उपर असां की खुशी है, असां तुसा को भली वस्त देवनी है, पर तुसा को रंज होसी। मीन्स यू विल गेट अनॉयड। आई वॉन्ट टू गिव यू समथिंग एक्सट्राऑर्डनरी, बड़ी वधिया चीज़ देना चाहना, पर तुसी गुस्सा खा जाओगे। असा तुसा को भली वस्त देवनी है, पर तुसा को रंज होसी। हे बाबा, जे वस्त भली है फिर रंज क्यों करसा? रंज इसलिए करसो, तुसा आए डूम मरासी, तुसा ठीकरियां पर रीजना मनी ते, असा तुसा को ठीकरियां ना ही देवनियां। हे बाबा, जे वस्त भली है, जो टुट के देंगा असा नू कबूल कबूल कबूल। जो तुसा की खुशी वो असा की खुशी, एक्सेप्टेंस। बाबा मुस्कुराए के आखे, हो जी भाई जी, असा तुसा को अपनी कुड़माई की खुशी में तार का गुर बख्शिया। स्ट्रिंग इंस्ट्रूमेंट्स वजान दी कला गुरु नानक साहब ने बख्शिश वजों दिती भाई मर्दाना जी नूं। ते ऐ ਉਹ ਫਿਰ ਰਬਾਬ ਵਜਾਉਂਦੇ ਰਹੇ ਗੁਰੂ ਸਾਹਿਬ ਦੇ ਨਾਲ। ਸਾਖੀ ਹੋਰ ਬੜੀ ਲੰਬੀ ਹੈ, ਮੈਂ ਜ਼ਿਆਦਾ ਸਮਾਂ ਨਾ ਲਵਾਂ, ਫਿਰ ਕਦੀ ਸਾਂਝ ਹੋਏਗੀ ਤੇ ਕਰਾਂਗੇ। ਬਹੁਤ ਧੰਨਵਾਦ ਆਪ ਸਭ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਵੀ ਜਨਮ ਸਾਖੀ ਪੜ੍ਹੀ ਹੋਏਗੀ, ਇਸੇ ਅੰਦਾਜ਼ ਦੇ ਵਿੱਚ ਉਹ ਜਨਮ ਸਾਖੀਆਂ ਲਿਖੀਆਂ ਨੇ। ਕਿਤੇ ਮੌਕਾ ਬਣੇ ਤੇ ਅਸੀਂ ਪੜ੍ਹੀਏ। ਅਸੀਂ ਵੀਰ ਜੀ ਵਾਂਗੂ ਇੱਥੇ ਸੁਣਾ ਤਾਂ ਨਹੀਂ ਸਕਾਂਗੇ, ਪਰ ਪੜ੍ਹ ਕੇ ਕੁਛ ਸਾਨੂੰ ਇਹ ਅਹਿਸਾਸ ਹੋਏਗਾ ਉਸ ਵਕਤ ਦੀ ਬੋਲੀ ਦਾ, ਉਸ ਵਕਤ ਦੀਆਂ ਆਪਸੀ ਡਾਇਲੌਗਸ, ਗੱਲਬਾਤ ਦਾ, ਕਿ ਕਿਵੇਂ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨੂੰ ਸੰਬੋਧਨ ਕਰ ਰਹੇ ਨੇ ਅਤੇ ਕਿਵੇਂ ਭਾਈ ਮਰਦਾਨਾ ਨੂੰ ਗੁਰੂ ਨਾਨਕ ਸਾਹਿਬ ਸੰਬੋਧਨ ਕਰ ਰਹੇ ਨੇ। ਇਹ ਆਪਾਂ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਾਂਗਾ ਗੁਰਮਤਿ ਕਾਲਜ ਦੇ ਚੇਅਰਮੈਨ ਵੀਰ ਜਤਿੰਦਰਪਾਲ ਸਿੰਘ ਜੀ, ਵੀਰ ਰਵਿੰਦਰ ਸਿੰਘ ਜੀ ਦਾ ਸਨਮਾਨ ਕਰਨਗੇ। ਆ ਜਾਓ ਵੀਰ ਜੀ, ਆ ਜਾਓ। ਇਹ ਸਾਡੀ ਅਸੈਪਟੈਂਸ ਹੈ ਮਹਾਰਾਜ। ਆ ਜਾਓ, ਆ ਜਾਓ, ਆ ਜਾਓ, ਆ ਜਾਓ। ਇਸ ਅਸੈਪਟੈਂਸ ਨੂੰ ਤੁਸੀਂ ਰਿਸਪੈਕਟ ਦਿਓ। ਆ ਜਾਓ। ਪ੍ਰੋਟੈਕਟ ਤਾਂ ਗੁਰੂ ਮਹਾਰਾਜ ਹੈਗੇ ਨੇ ਜੇ ਕਰਨ ਵਾਲੇ।
ਬੋਲੇ ਸੋ ਨਿਹਾਲ। ਸਤਿਕਾਰਯੋਗ ਗੋਲਡੀ ਵੀਰ ਜੀ ਤੇ ਭਾਈ ਹਰਜੀਤ ਸਿੰਘ ਜੀ ਵੀਰ ਜੀ ਨੂੰ ਸਨਮਾਨ ਦੇ ਰਹੇ ਨੇ। ਇਹ ਵੀਰ ਜੀ ਕੁਝ ਵੀ ਨਹੀਂ ਹੈ, ਇੱਕ ਕੇਵਲ ਇੱਕ ਪਹਿਚਾਨ, ਇੱਕ ਚਿੰਨ੍ਹ ਮਾਤਰ ਹੈ। ਤੁਹਾਡਾ ਸਤਿਕਾਰ ਸਾਡੇ ਦਿਲਾਂ ਵਿੱਚ ਹੈ, ਮਾਣ ਹੈ। ਇੱਕ ਵਾਰੀ ਫੇਰ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਵੀਰ ਅਰਵਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਇੱਕ ਛੋਟੀ ਜਿਹੀ ਬੇਨਤੀ ਨੂੰ ਪ੍ਰਵਾਨ ਕਰਕੇ ਅੱਜ ਇੱਥੇ ਆ ਕੇ ਦੋਨੋਂ ਵਿਸ਼ਿਆਂ ਦੇ ਉੱਤੇ ਬੜੇ ਵਿਸਥਾਰ ਦੇ ਵਿੱਚ ਚਾਨਣਾ ਪਾਇਆ, ਰੋਸ਼ਨੀ ਪਾਈ। ਗੋਲਡੀ ਵੀਰ ਜੀ ਨੇ ਧੰਨਵਾਦ ਕਰਨਾ। ਉਸ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰ ਦਿਆਂ ਕਿ ਆਪਣੇ ਨਾ ਮੋਬਾਈਲ ਆਪਾਂ ਸਾਇਲੈਂਟ ਮੋਡ ਤੇ ਲਾ ਦਿਆ ਕਰੀਏ ਜਦੋਂ ਇੱਥੇ ਕੋਈ ਵੀ ਵਿਸ਼ੇ ਤੇ ਗੱਲ ਹੋ ਰਹੀ ਹੈ। ਵੈਸੇ ਤਾਂ ਬਹੁਤਿਆਂ ਦਾ ਇੱਥੇ ਆਉਂਦਾ ਹੀ ਨਹੀਂ ਨੈਟਵਰਕ ਹੀ, ਪਰ ਜਿਨ੍ਹਾਂ ਦਾ ਵੀ ਨੈਟਵਰਕ ਆਉਂਦਾ ਪਲੀਜ਼ ਆਪਣੇ ਮੋਬਾਈਲ ਨੂੰ ਜ਼ਰੂਰ ਸਾਇਲੈਂਟ ਮੋਡ ਤੇ ਲਗਾ ਲਿਆ ਕਰੋ, ਤਾਂ ਜੋ ਗੱਲਬਾਤ ਕਰਦੇ ਹਾਂ ਸੁਣਦੇ ਹਾਂ ਸਾਨੂੰ ਡਿਸਟਰਬੈਂਸ ਨਾ ਆਵੇ। ਹੁਣ ਗੋਲਡੀ ਵੀਰ ਜੀ ਧੰਨਵਾਦ ਕਰਨਗੇ, ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਲੰਗਰ ਛਕਣਾ ਜੀ। ਗੋਲਡੀ ਵੀਰ ਜੀ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਨਾ ਸਤਿਕਾਰਯੋਗ ਵੀਰ ਸਰਦਾਰ ਅਰਵਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਮੈਂ ਸਮਝਦਾ ਅੱਜ ਦੇ ਜੀਵਨ ਦੇ, ਜਿਵੇਂ ਕਹਿੰਦੇ ਇਕੱਲੇ ਪੜ੍ਹਨਾ ਹੱਸਣਾ ਨਾ ਹੋਵੇ ਤਾਂ ਸਮਝ ਨਹੀਂ ਆਉਂਦੀ ਕਈ ਵਾਰੀ, ਉਹ ਹੱਸੀ ਬੜਾ ਕੁਝ ਸਮਝਾ ਗਏ ਨੇ ਮੈਂ ਸਮਝਦਾ। ਔਰ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਅੱਜ ਦੀ ਕਲਾਸ ਦੇ ਅੰਦਰ ਸਮੂਹ ਸੰਗਤਾਂ ਨੂੰ ਸੋਝੀ ਦਿੱਤੀ ਹੈ, ਇੱਕ ਰਾਹ ਪਾਇਆ, ਕਿਸੇ ਤਰ੍ਹਾਂ ਸਾਨੂੰ ਗੁਰੂ ਸਾਹਿਬ ਨੇ ਰਾਹ ਤੋਰਿਆ। ਮੈਂ ਇੱਕ ਬੇਨਤੀ ਹੋਰ ਕਰਾਂਗਾ ਕਿ ਸੰਗਤ ਦੀ ਬਹੁਤ ਸਮੇਂ ਤੋਂ ਡਿਮਾਂਡ ਆ ਰਹੀ ਹੈ ਕਿ ਪੰਜਾਬੀ ਸਿਖਾਉਣ ਦੇ ਵਾਸਤੇ ਕਈ ਸਾਡੇ ਜਿਹੜੇ ਇੱਛੁਕ ਨੇ ਸੰਗਤਾਂ, ਉਹਨਾਂ ਵਾਸਤੇ ਅਸੀਂ ਅਗਲੇ ਕਲਾਸ ਦੇ ਵਿੱਚ ਜੋ 11 ਵਜੇ ਜਿਵੇਂ ਸਾਡਾ ਕਲਾਸ ਸ਼ੁਰੂ ਹੋਏਗੀ, ਉਸ ਤੋਂ ਪਹਿਲੇ 10:30 ਤੋਂ ਲੈ ਕੇ ਯਾਰ ਅੱਧੇ ਘੰਟੇ ਵਾਸਤੇ ਜਿਨ੍ਹਾਂ ਨੇ ਪੰਜਾਬੀ ਸਿੱਖਣੀ ਹੋਵੇ ਆਪ ਜੀ ਬਾਹਰ ਆਪਣਾ ਨਾਮ ਲਿਖਵਾ ਦਿਓ। ਉਹਨਾਂ ਦੀ ਕਲਾਸ ਅਸੀਂ ਅੱਧਾ ਘੰਟਾ ਪਹਿਲੇ ਸ਼ੁਰੂ ਕਰ ਦਾਂਗੇ ਇੱਥੇ। ਉਹਦੇ ਬਾਅਦ ਜਿਵੇਂ 11 ਵਜੇ ਸਾਡਾ ਕੋਰਸ ਸਟਾਰਟ ਹੋਏਗਾ, ਅਗਲਾ ਜੋ ਸਾਡਾ ਟੀਚਾ ਹੈ ਉਹਦੇ ਉੱਤੇ, ਅਤੇ ਮੈਂ ਬੇਨਤੀ ਕਰਾਂਗਾ ਆਪ ਜੀ ਆਪਣਾ ਨਾਂ ਜ਼ਰੂਰ ਲਿਖਵਾ ਕੇ ਜਾਓ। ਸਾਰੀ ਸੰਗਤ ਦਾ ਸਤਿਕਾਰ ਜੋ ਵੀ ਅਰਵਿੰਦਰ ਜੀ ਦਾ, ਜਿਹੜੇ ਆਪ ਜੀ ਦੂਰ ਚੱਲ ਕੇ ਆਏ ਹੋ, ਸਾਰਿਆਂ ਦਾ ਕੋਟਾਨ ਕੋਟ ਧੰਨਵਾਦ। ਅਸੀਸ ਬਖਸ਼ਣਾ ਤਾਂ ਕਿ ਇਸ ਤਰ੍ਹਾਂ ਗੁਰੂ ਸਾਹਿਬ ਸੇਵਾ ਲੈਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।